दुख हंता सुख रास ताको विघ्न ना को लागै जाकी प्रभ आगै अरदास। मैं तान दीवान तू है मेरे स्वामी मैं तुझ आगै अरदास। मैं होर थाओ नाही जिस पै करो विनती मेरा दुख सुख तुझ ही पास। फिरत फिरत प्रभ आया परया तो शरणाए नानक की प्रभ बेनती अपनी भगति लाए। सगल द्वार को साढ़ कै गयो तुहारो द्वार गहे की लाज अस गोविंद दास तुहार। दासन दास कह जन नानक जे हाथों कराहे ते हो करी वखयान। सतनाम वाहिगुरु साहिब जी। तनवंता होए कर गर्वावै तृण समान कछ संग ना जावै। बहु लश्कर मानुख ऊपर करे आस पल भीतर ताका हुए विनाश। सब ते आप जानै बलवंत खिन मह होए जाए पसमंत। किसै न वदै आप अहंकारी धर्म राय तिस करे खुआरी। गुर प्रसाद जाका मिटै अभिमान सो जन नानक दरग है परवान। गुर प्रसाद जाका मिटै अभिमान सो जन नानक दरग है परवान। परम सन्मान जो पत पावन भगत वसल कृपा निधान हाजर हजूर जहार जहूर सर्व कला भरपूर उपमा महान दया दे सागर मेहरबान साहिब मेहरबान जुगो जुग अटल। धन धन आद श्री गुरु ग्रंथ साहिब जी दी पावन और पवित्र हजूरी अंदर सुभाईवान गुरु रूप गुरु प्यारी गुरु सवारी साध संग जीओ गुरफतेह प्रवान करो जी। वाहिगुरु जी का खालसा वाहिगुरु जी की फतेह। मेरे मालिक सतगुरु वाहिगुरु जी दी अपार बख्शिश रहमत दे सदका आप सर्व संगतां संध्या दे वेले दीवान दे अंदर हाज़री भरन दे लई और गुरु दियां रहमतां गुरु दियां बख्शिशां गुरु दियां वडाइयां नूं प्राप्त करन वास्ते आकर के सतगुरां नूं नतमस्तक होए हाँ। चल रही लड़ीवार शब्द विचार जो कि हर रोज़ की तरह आप जी श्रवण करते आ रहे हो।
ਪੰਚਮ ਪਿਤਾ ਧਨਸ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਸੁਖ ਮਣੀ ਸਾਹਿਬ ਜੀ ਦੇ ਪਾਠ ਦੇ ਵਿੱਚੋਂ ਜੋ ਸ਼ਬਦ ਆਪਾਂ ਉਹਨਾਂ ਨੂੰ ਸਰਵਣ ਕੀਤਾ ਹੈ, ਇਹ ਪਾਵਨ ਪਵਿੱਤਰ ਸ਼ਬਦ ਅਸ਼ਟਪਦੀ ਦਾ ਦੂਸਰਾ ਬੰਦ ਹੈ। ਇਸ ਸ਼ਬਦ ਦੇ ਅੰਦਰ ਸਤਿਗੁਰੂ ਜੀ ਦੋ ਚੀਜ਼ਾਂ ਨੂੰ ਧਾਰਨ ਬਣਾ ਕਰਕੇ ਅਸ਼ਟਪਦੀ ਤੇ ਸ਼ਲੋਕ ਨੂੰ ਉਚਾਰਨ ਕੀਤਾ ਹੈ। ਲੜੀ ਨੂੰ ਜੋੜਨ ਵਾਸਤੇ ਜੋ ਆਪ ਜੀ ਨੇ ਭਾਈ ਸਾਹਿਬ ਜੀ ਤੋਂ ਕੱਲ ਦੇ ਦੀਵਾਨ ਦੇ ਅੰਦਰ ਸਰਵਣ ਕੀਤਾ ਹੈ ਕਿ ਪੰਚਮ ਪਿਤਾ ਸਤਿਗੁਰੂ ਜੀ ਆਪਣੇ ਪਵਿੱਤਰ ਮੁਖਾਰਬਿੰਦ ਰਾਹੀਂ ਸ਼ਲੋਕ ਉਚਾਰਨ ਕਰਦੇ ਨੇ, ਸੁਖੀ ਵਸੈ ਮਸਕੀਨੀਆਂ। ਆਪ ਨਿਵਾਰ ਤਲੇ ਵੱਡੇ ਵੱਡੇ ਹੰਕਾਰੀਆਂ, ਨਾਨਕ ਗਰਭ ਗਲੇ। ਇਸ ਸ਼ਲੋਕ ਦੇ ਅੰਦਰ ਵੀ ਦੋ ਗੱਲਾਂ ਨੂੰ ਮੇਰੇ ਸਤਿਗੁਰੂ ਜੀ ਲੈ ਕਰਕੇ ਚੱਲਦੇ ਆ। ਇੱਕ ਗੱਲ ਹੈ ਸੁਖ ਦੀ, ਕਿਉਂਕਿ ਬਾਣੀ ਦਾ ਨਾਮ ਹੀ ਸੁਖਮਣੀ ਹੈ। ਦੁਨੀਆ ਦੇ ਅੰਦਰ, ਸੰਸਾਰ ਦੇ ਅੰਦਰ ਹਰ ਇੱਕ ਮਨੁੱਖ ਜਿਹੜਾ ਹੈ ਤੇ ਉਹ ਚਾਹੁੰਦਾ ਕਿ ਮੈਨੂੰ ਸੁੱਖ ਮਿਲੇ, ਮੈਂ ਸੁੱਖ ਮਾਣਾ, ਆਨੰਦ ਦੇ ਵਿੱਚ ਰਹਾਂ। ਥੋੜੀ ਜਿਹੀ ਭੀੜ ਪੈ ਜਾਂਦੀ ਹੈ ਤੇ ਮਨੁੱਖ ਘਬਰਾ ਜਾਂਦਾ ਹੈ। ਫਿਰ ਗੁਰੂ ਅੱਗੇ ਤਰਲੇ ਮਿੰਨਤਾਂ ਅਰਦਾਸਾਂ ਹੁੰਦੀਆਂ ਕਿ ਵਾਹਿਗੁਰੂ ਕਿਰਪਾ ਕਰ, ਤੂੰ ਹੀ ਬਚਾਉਣ ਵਾਲਾ ਹੈ। ਸਾਡੇ ਮਨ ਦੀ ਜਿਹੜੀ ਥਿੰਕਿੰਗ ਨਾ ਗੁਰੂ ਸਵਾਰੋ, ਭਾਵ ਕਿ ਜਿਹੜੀ ਸਾਡੀ ਸੋਚ ਹੈ, ਉਹ ਸਾਡੀ ਇਸ ਤਰ੍ਹਾਂ ਦੀ ਬਣ ਚੁੱਕੀ ਹੈ ਕਿ ਜਦੋਂ ਵੀ ਕੋਈ ਤਕਲੀਫ ਆਉਂਦੀ ਹੈ ਨਾ, ਜਾਂ ਕੋਈ ਵੀ ਕਸ਼ਟ ਆਉਂਦਾ ਸਰੀਰ ਦੇ ਉੱਪਰ ਆਵੇ ਜਾਂ ਸੰਸਾਰਕ ਤੌਰ ਤੇ ਆਵੇ, ਅਸੀਂ ਕੁਝ ਕੁ ਸ਼ਬਦ ਜਿਹੜੇ ਉਹ ਗਿਣਤੀ ਮਿਣਤੀ ਦੇ ਜਾਂ ਕੁਝ ਕੁ ਸ਼ਬਦ ਬਾਣੀ ਗੁਰੂ ਸਾਹਿਬ ਜੀ ਦੀ, ਅਸੀਂ ਉਹਦੇ ਨਾਲ ਜੁੜ ਗਏ ਹਾਂ। ਬੇਸ਼ੱਕ ਦੀ ਦੁੱਖ ਭੰਜਨ ਦੀ ਗੱਲ ਕਰ ਲਈਏ, ਬੇਸ਼ੱਕ ਦੀ ਸ਼ਬਦ ਪੜ੍ਹ ਲਈਏ, ਤਤੀ ਵਾਉਣਾ ਲਾਗੀ ਪਾਰ ਬ੍ਰਹਮ ਸੁਨਾਈ, ਚੌਗਿਰਦ ਹਮਾਰੇ ਰਾਮ ਕਾ ਦੁੱਖ ਲਗੇ ਨਾ ਪਾਈ। ਜਾਂ ਸ਼ਬਦ ਪੜ੍ਹ ਲਈਏ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ। ਜਾਂ ਅਸੀਂ ਪੜ੍ਹਦੇ ਹਾਂ, ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਅਸੀਂ ਪੜ੍ਹਦੇ ਹਾਂ ਕਿ ਜੇ ਘਰ ਦੇ ਵਿੱਚ ਸ਼ਬਦ ਲਗਾ ਕਰਕੇ ਰੱਖਦੇ ਹਾਂ ਕਿ ਜਿਸ ਮਨੁੱਖ ਦੇ ਵੱਲੋਂ ਅਕਾਲ ਪੁਰਖ ਵਾਹਿਗੁਰੂ ਜੀ ਹੋਵੇ ਤੇ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਹੁੰਦਾ। ਅਸੀਂ ਰੋਜ਼ ਪੜ੍ਹਦੇ ਹਾਂ ਗੁਰੂ ਸਾਹਿਬ ਜੀ ਦੇ ਸ਼ਬਦ ਜਿਹੜੇ ਹੈ ਕਿ ਉਹ ਅਸੀਂ ਕਈਆਂ ਨੇ ਜੜਾ ਕਰਕੇ ਆਪਣਾ ਘਰਾਂ ਦੇ ਵਿੱਚ ਰੱਖੇ ਹੈ, ਜੋ ਪੜ੍ਹਨ ਵਾਸਤੇ ਹੈ, ਚੰਗੀ ਗੱਲ ਹੈ। ਚਲੋ ਕੋਈ ਨਾ ਕੋਈ ਸ਼ਬਦ ਅਸੀਂ ਪੜ੍ਹਦੇ ਹਾਂ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਸੰਦਾ, ਤੁਧ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਬਹੁਤ ਸਾਰੀਆਂ ਧਾਰਨਾਵਾਂ ਜਿਹੜੀਆਂ ਸਾਡੀਆਂ ਜੁੜੀਆਂ ਹੋਈਆਂ ਵੀ ਜੇ ਆਹ ਸ਼ਬਦ ਪੜ੍ਹ ਲਾਵਾਂਗੇ ਤਾਂ ਸੁੱਖ ਮਿਲੇਗਾ, ਜੇ ਅਸੀਂ ਇਸ ਚੀਜ਼ ਨੂੰ ਪੜ੍ਹ ਲਿਆ ਸੁੱਖ ਮਿਲੇਗਾ। ਇਸੇ ਤਰ੍ਹਾਂ ਖੁਸ਼ੀ ਹੋਵੇ, ਗਮੀ ਹੋਵੇ, ਉਸ ਤਰ੍ਹਾਂ ਦੇ ਸ਼ਬਦ ਜਿਹੜੇ ਹੈਗੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਲੈਣੇ ਸ਼ੁਰੂ ਕੀਤੇ ਹੈ। ਗਮੀ ਹੋਵੇ ਤਾਂ ਗਮੀ ਦੇ ਸ਼ਬਦ ਪੜ੍ਹਦੇ ਹਾਂ। ਰੌਣਾ ਰੋਣਾ ਕੋਰ ਹੈ ਰੰਗ ਤੂੰ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬਦਲਦੀ, ਕੱਪੜ ਰੂਪ ਸੁਹਾਵਨਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਕੀਤਾ ਪਾਵਨਾ। ਅਸੀਂ ਸ਼ਬਦ ਪੜ੍ਹਦੇ ਹਾਂ। ਖੁਸ਼ੀ ਹੋਵੇ ਫਿਰ ਸਤ ਪੜ੍ਹਨਾ, ਲੱਖ ਖੁਸ਼ੀਆਂ ਪਾਤ ਸਾਈਆਂ ਸਤਿਗੁਰ ਨਾਦਰ ਕਰੇ, ਨਿਮਕ ਏਕ ਹਰ ਨਾਮ ਦੇ ਮਨ ਮਨ ਤਨ ਸੀਤਲ ਹੋਵੇ। ਸੋ ਕਹਿਣ ਤੋਂ ਮੁਰਾਦ ਹੈ ਕਿ ਸਾਡੀ ਜਿਹੜੀ ਸੋਚ ਹੈ ਨਾ, ਜਿਹੜੀ ਸਾਡੀ ਥਿੰਕਿੰਗ ਜਿਹੜੀ ਹੈ, ਅਸੀਂ ਸ਼ਬਦ ਵਰਤਦੇ ਹਾਂ ਵੀ ਉਹ ਇਸ ਤਰ੍ਹਾਂ ਦੀ ਬਣ ਗਈ ਹੈ ਵੀ ਗੁਰੂ ਸਾਹਿਬ ਦੀ ਬਾਣੀ ਦੇ ਆਹ ਸ਼ਬਦ ਪੜਾਂਗੇ ਤਾਂ ਆਹ ਮਿਲੇਗਾ ਜੀ, ਆਹ ਪੜਾਂਗੇ ਤਾਂ ਆਹ ਮਿਲੇਗਾ।
ਪਰ ਅਸਲ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਜਿਸ ਮਨੁੱਖ ਨੂੰ ਜੀਵਨ ਜਿਉਣਾ ਆ ਗਿਆ, ਜਿਸ ਮਨੁੱਖ ਨੂੰ ਜੀਵਨ ਜਿਉਣਾ ਆ ਗਿਆ ਤੇ ਸਮਝ ਲਈਏ ਕਿ ਉਹ ਆਪਣਾ ਜੀਵਨ ਜਿਹੜਾ ਸੁਖਾਲਾ ਬਤੀਤ ਕਰ ਲੈਂਦਾ ਹੈ। ਤੇ ਜਿਹਨੂੰ ਜਿਉਣਾ ਹੀ ਨਾ ਆਇਆ, ਜਿਹਨੂੰ ਜਿਉਣਾ ਹੀ ਨਾ ਆਇਆ ਤੇ ਸੱਚ ਜਾਣਿਓ ਤੇ ਉਹ ਦੁੱਖਾਂ ਦੇ ਵਿੱਚ ਹੀ ਬਤੀਤ ਰਹਿੰਦਾ ਹੈ। ਜਿਉਣ ਦਾ ਵੀ ਢੰਗ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਬਾਣੀ ਜੀਵਨ ਜਿਉਣ ਵਾਸਤੇ ਦਿੱਤੀ ਹੈ, ਜਿਹਨੂੰ ਅਸੀਂ ਸ਼ਬਦ ਵਰਤਦੇ ਹਾਂ ਜੀਵਨ ਜਾਂਚ, ਜਾਚਨਾ, ਜੀਵਨ ਦੀ ਜਾਚਨਾ, ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਨਾ। ਗੁਰੂ ਸਾਹਿਬ ਜੀ ਕਹਿੰਦੇ ਜੇ ਇਹ ਕਰੇਗਾ ਨਾ, ਇਸ ਤਰ੍ਹਾਂ ਚੱਲੇਗਾ ਨਾ ਤੇ ਸੱਚ ਜਾਣੇ ਖੁਸ਼ੀਆਂ ਖੁਸ਼ੀਆਂ ਨੇ। ਗੱਲ ਕਰਦੇ ਪੈਨੇ ਗਰੀਬੀ ਦੀ, ਗੱਲ ਇੱਥੇ ਲੈ ਕੇ ਆਉਣੀ ਕਿਉਂਕਿ ਵਿਚਾਰ ਆਪਾਂ ਜਿੰਨੀ ਮਰਜ਼ੀ ਵਧਾਈ ਜਾਈਏ ਉਨੀ ਵੱਧਦੀ ਤੁਰੀ ਜਾਣੀ ਆ। ਗੁਰੂ ਸਾਹਿਬ ਜੀ ਵਿਚਾਰ ਦੇ ਰਹੇ ਨੇ ਗਰੀਬੀ ਦੀ। ਸੁਖੀ ਵਸੈ ਮਸਕੀਨੀਆਂ। ਮਸਕੀਨੀਆਂ ਦਾ ਅਰਥ ਕੀ ਹੈ? ਦੋ ਸ਼ਬਦ ਸਾਨੂੰ ਦੇ ਦਿੱਤੇ। ਮਸਕੀਨੀ ਦਾ ਅਰਥ ਹੁੰਦਾ ਗਰੀਬੀ, ਤੇ ਗਰੀਬੀ ਦਾ ਅੱਗੇ ਅਰਥ ਇਹ ਨਹੀਂ ਵੀ ਆਰਥਿਕ ਤੌਰ ਤੇ ਗਰੀਬੀ, ਨਾ, ਇੱਧਰ ਨੂੰ ਲੈ ਕੇ ਜਾਣਾ। ਗੁਰੂ ਸਾਹਿਬ ਜੀ ਕਹਿੰਦੇ ਤੇਰਾ ਮਨ ਜਿਹੜਾ ਹੈ ਤੇ ਤੇਰਾ ਹਿਰਦਾ ਗਰੀਬ ਹੋਣਾ ਚਾਹੀਦਾ, ਜਾਣੀ ਕਿ ਹਿਰਦੇ ਗਰੀਬੀ ਆਵੇ। ਜਿਹਦੇ ਹਿਰਦੇ ਦੇ ਵਿੱਚ, ਜਿਹਦੇ ਹਿਰਦੇ ਦੇ ਅੰਦਰ ਗਰੀਬੀ ਆਉਂਦੀ ਹੈ, ਜਿਹਦੇ ਕੋਲ ਗੁਰੂ ਸਾਹਿਬ ਜੀ ਕਹਿੰਦੇ ਨਿਮਰਤਾ ਆ ਗਈ, ਜਿਹਦਾ ਸੁਭਾਅ ਜਿਹੜਾ ਨਿਮਰਤਾ ਵਾਲਾ ਬਣ ਗਿਆ, ਜਿਹੜਾ ਨਿਰ ਅਭਿਮਾਨੀ ਬਣ ਗਿਆ, ਅਭਿਮਾਨ ਤੋਂ ਰਹਿਤ। ਨਿਰ ਦਾ ਅਰਥ ਹੁੰਦਾ ਨਹੀਂ, ਅਭਿਮਾਨੀ ਦਾ ਅਰਥ ਹੁੰਦਾ ਹੰਕਾਰ। ਨਿਰ ਅਭਿਮਾਨੀ, ਨਿਰ ਅਭਿਮਾਨੀ ਭਾਵ ਅਹੰਕਾਰ ਤੋਂ ਰਹਿਤ। ਜਿਸ ਮਨੁੱਖ ਨੇ ਆਪਣਾ ਭਾਵ, ਆਪਣੀ ਹਉਮੈ, ਆਪਣਾ ਹੰਕਾਰ ਨੂੰ ਤਿਆਗ ਦਿੱਤਾ, ਸੱਚ ਜਾਣਿਓ ਤੇ ਉਹ ਜੀਵਨ ਆਪਣਾ ਸੁਖਾਲਾ ਬਤੀਤ ਕਰ ਲੈਂਦਾ ਹੈ। ਤੇ ਸਾਰੀ ਲੜਾਈ ਮੈਂ ਦੀ ਹੈ। ਝਗੜਾ ਹੋਏਗਾ, ਦੁਖੀ ਹੋਏਗਾ ਬੰਦਾ ਮੈਂ ਕਰਕੇ ਹੈ, ਹੰਕਾਰ ਕਰਕੇ। ਜਿਹੜਾ ਸੁਖੀ ਬਤੀਤ ਕਰ ਰਿਹਾ ਨਾ, ਤੇ ਜਿਸ ਮਨੁੱਖ ਨੇ ਆਪਣੀ ਮੈਂ ਮਾਰ ਲਈ, ਹਉਮੈ ਖਤਮ ਕਰ ਲਈ, ਤੇ ਸੱਚ ਜਾਣਿਓ ਗੁਰੂ ਸਵਰ, ਤੇ ਉਹ ਜੀਵਨ ਸੁਖਾਲਾ ਬਤੀਤ ਕਰ ਲੈਂਦਾ ਹੈ, ਉਹਦੇ ਕੋਲ ਸੁੱਖ ਆ ਜਾਂਦਾ। ਗੁਰੂ ਸਾਹਿਬ ਜੀ ਕਹਿ ਰਹੇ ਆ, ਮੈਂ ਨਹੀਂ ਕਹਿ ਰਿਹਾ। ਗੁਰੂ ਸਾਹਿਬ ਜੀ ਕਹਿੰਦੇ ਭਾਈ ਜੇ ਤੂੰ ਚਾਹੁੰਦਾ ਵੀ ਤੇਰੇ ਕੋਲ ਸੁਖੀ ਵਾ ਜਾਵੇ ਤਾਂ ਗੁਰੂ ਸਾਹਿਬ ਕਹਿੰਦੇ ਆਪ ਨਵਾਰ ਤਲੇ। ਆਪ ਨਵਾਰ, ਨਵਾਰ ਦਾ ਅਰਥ ਹੈ ਖਤਮ, ਆਪ ਦਾ ਅਰਥ ਹੈ ਹੰਕਾਰ। ਜੇ ਤੂੰ ਆਪਣੇ ਆਪ ਨੂੰ, ਨਵਾਰ ਦਾ ਅਰਥ ਵੀ ਛੱਡ ਦੇਵੇਂ, ਦੂਰ ਕਰ ਦੇਵੇਂ। ਤਲੇ ਦਾ ਅਰਥ ਹੁੰਦਾ ਨੀਵਾਂ, ਨੀਵਾਂ ਹੋ ਜਾਵੇ, ਹੇਠਾਂ, ਤਲੇ, ਧਰਤੀ ਤਲੇ ਨੀਵਾਂ ਹੋ ਜਾਵੇ। ਨੀਵਾਂ ਹੀ ਉਹ ਮਨੁੱਖ ਹੋਏਗਾ ਕਿ ਜਿਹਦੇ ਚ ਮੈਂ ਭਾਵਨਾ ਨਾ ਹੋਵੇ, ਤੇ ਜਿਹਦੇ ਚ ਥੋੜੀ ਜਿਹੀ ਮੈਂ ਹੈ ਨਾ, ਤੇ ਬੰਦਾ ਕਹੇਗਾ ਵੀ ਮੈਂ ਨੀਵਾਂ ਕਿਉਂ ਹੋਵਾਂ ਵੀ, ਤੇ ਮੈਂ ਥੋੜੀ ਕਿਸੇ ਨਾਲੋਂ ਘੱਟ ਹੈਗਾ। ਆ ਸਾਡੀ ਲੜਾਈ ਕਾਹਦੀ ਹੈ? ਬਸ ਇਸੇ ਚੀਜ਼ ਦਾ ਲੜਾਈ ਹੈ, ਝਗੜੇ ਘਰਾਂ 'ਚ। ਆਪਾਂ ਆਪਣੇ ਘਰ ਤੋਂ ਸ਼ੁਰੂ ਕਰੀਏ ਨਾ, ਤੇ ਸੱਚ ਜਾਣੋ ਝਗੜਾ ਇੱਥੋਂ ਹੀ ਸ਼ੁਰੂ ਹੁੰਦਾ, ਮੈਂ ਤੋਂ ਸ਼ੁਰੂ ਹੁੰਦਾ। ਘਰ ਤੋਂ ਲੈ ਕੇ ਅਖੀਰ ਤੱਕ ਧਾਰਮਿਕ ਸੰਸਥਾਵਾਂ ਲਾ ਲਈਏ, ਵਿਆਹੀ ਰਾਜਨੀਤਿਕ ਲਾ ਲਈਏ, ਰਾਜਨੀਤਿਕ ਲੀਡਰ ਲਾ ਲਈਏ, ਜੋ ਵੀ ਚੀਜ਼ਾਂ ਅਸੀਂ ਲਾ ਲਈਏ, ਜੋ ਵੀ ਕੁਝ ਹੈ, ਸਾਰੀ ਲੜਾਈ ਮੈਂ ਦੀ ਹੈ। ਹਰ ਇੱਕ ਬੰਦਾ ਕਹਿੰਦਾ ਮੈਂ ਕਿਸੇ ਨਾਲੋਂ ਘੱਟ ਨਹੀਂ, ਮੈਂ ਥੋੜੀ ਘੱਟ ਹੈ। ਆ ਮੈਂ ਕਰਕੇ ਤਾਂ ਅਸੀਂ ਅੱਜ ਸਾਡੀ ਸਿੱਖ ਕੌਮ ਇੱਥੋਂ ਤੱਕ ਪਹੁੰਚ ਚੁੱਕੀ ਹੈ। ਆਪ ਜੀ ਪਹਿਲਾਂ ਵੀ ਹਾਲਾਤਾਂ, ਆਪ ਜੀ ਸਾਰੇ ਜਾਣੋ, ਮੈਨੂੰ ਬਹੁਤਾ ਬਿਆਨ ਕਰਨ ਦੀ ਲੋੜ ਨਹੀਂ। ਮੈਂ ਅੱਜ ਬੜਾ ਹੈਰਾਨ ਹੋਇਆ, ਮੈਂ ਸਾਂਝੀ ਕਰਦੇ ਆਪ, ਜਾਂ ਸ਼ਾਇਦ ਤੁਸੀਂ ਖਬਰ ਪੜ੍ਹੀ ਹੋਵੇ ਜਾਂ ਨਾ ਪੜ੍ਹੀ ਹੋਵੇ। ਮੈਂ ਸਵੇਰੇ ਅੱਜ ਖਬਰ ਪੜ੍ਹ ਰਿਹਾ ਸੀਗਾ, ਪਹਿਰੇਦਾਰ ਇੱਕ ਅਖਬਾਰ ਆਉਂਦਾ, ਪਹਿਰੇਦਾਰ, ਤੇ ਉਸ ਪਹਿਰੇਦਾਰ ਦਾ ਅਖਬਾਰ ਦੇ ਵਿੱਚ ਨਾ ਇੱਕ ਖਬਰ ਲੱਗੀ ਹੋਈ ਸੀ। ਮੈਂ ਉਹਨੂੰ ਮੋਬਾਈਲ ਦੇ ਵਿੱਚ ਸੇਵ ਕਰਕੇ ਵੀ ਰੱਖਿਆ, ਫੋਟੋ ਖਿੱਚ ਕੇ ਰੱਖੀ। ਇੱਕ ਅਵਤਾਰ ਸਿੰਘ ਜੀ ਹੋਏ ਆ ਜਲੰਧਰ ਤੋਂ, ਤੇ ਜਿਹੜੇ ਉਹ ਲਿਖੀ ਹੈ ਜਿਨ੍ਹਾਂ ਨੇ ਖਬਰ। ਰੌਲਾ ਕੀ ਪਿਆ ਸੀਗਾ? ਰੌਲਾ ਇਹ ਪਿਆ ਵੀ ਸਾਡੇ ਜਿਹੜੇ ਮਿਨਿਸਟਰ ਸਾਹਿਬ ਜੀ ਨੇ, PM ਸਾਹਿਬ ਜੀ, ਉਹ ਸਮਝ ਹੀ ਗਏ ਹੋਗੇ, ਮੋਦੀ ਸਾਹਿਬ ਸਿੱਧਾ ਸ਼ਬਦ ਵਰਤਦੇ ਆ। ਉਹਨਾਂ ਨੇ ਐਲਾਨ ਕੀਤਾ, ਬੋਲ ਦਿੱਤਾ, ਅਯੋਧਿਆ ਦੇ ਵਿੱਚ ਮੰਦਿਰ ਉਹਨਾਂ ਨੇ ਜੋ ਬਣਾਇਆ, ਜਿੱਥੇ ਇਕੱਠ ਕੀਤਾ ਗਿਆ, ਉਹਨੇ ਕਹਿ ਦਿੱਤਾ ਵੀ ਜਿਹੜੀ ਰਾਮਾਇਣ ਹੈ ਤੇ ਇਹ ਗੋਬਿੰਦ ਸਿੰਘ ਜੀ ਵੱਲੋਂ ਜਿਹੜੀ ਉਹਨਾਂ ਦੀ ਕਿਰਤ ਹੈ ਵੀ ਉਹਨਾਂ ਨੇ ਲਿਖੀ ਹੈ। ਇਹਦਾ ਰੌਲਾ ਬੜਾ ਪਿਆ। ਫਿਲਹਾਲ ਕੀ ਗੱਲ
ਲਿਖਵਾਟਾ ਇੱਕ ਪੰਡਤ ਹੋਇਆ ਗੋਬਿੰਦ ਰਾਏ, ਜਿਹਨੇ ਇਹ ਲਿਖੀ ਹੋਈ ਹੈ, ਰਮਾਇਣ ਜਿਹਨੇ ਲਿਖੀ ਹੈ ਉਹਦਾ ਨਾਮ ਹੈ ਪੰਡਤ ਗੋਬਿੰਦ ਰਾਏ। ਉਹਨੂੰ ਨਾਮ ਨੂੰ ਛੇੜਖਾੜ ਕਰਕੇ ਕੱਟ ਕੇ ਜਿਹੜਾ ਨਾਮ ਦੇ ਦਿੱਤਾ ਗੋਬਿੰਦ ਸਿੰਘ ਦੇ ਦਿੱਤਾ। ਇਹ ਉਹਨਾਂ ਦੀ ਜਿਹੜੇ ਪ੍ਰਾਪਤਨ ਕਿਤਾਬਾਂ ਜਿਹੜੀਆਂ ਮਿਲ ਜਾਂਦੀਆਂ ਨੇ, ਤੇ ਇਸ ਚੀਜ਼ ਦਾ ਨਿਪਟਾਰਾ ਹੋ ਰਿਹਾ, ਕਮੇਟੀ ਬਣੀ ਹੋਈ ਹੈ। ਚਲੋ ਇਹ ਆਪਣਾ ਵਿਸ਼ਾ ਨਹੀਂ ਹੈ, ਤੇ ਉਹਨਾਂ ਨੇ ਇਹਦਾ ਖੁਲਾਸਾ ਕੱਢ ਕੇ ਸਾਹਮਣੇ ਰੱਖ ਦੇਣਾ। ਮੈਂ ਜਿਹੜੀ ਗੱਲ ਕਰਨੀ ਚਾਹ ਰਿਹਾ, ਇੱਕ ਕਿਤਾਬ ਜਿਹੜੀ ਹੈ ਹੋਰ ਛਪੀ ਹੈ ਜਿਹਦਾ ਨਾਮ ਹੈ ਗੋਬਿੰਦ ਗੀਤਾ। ਉਹਨੇ ਖਬਰ ਲਾਈ ਪਹਿਰੇਦਾਰ ਚ, ਕਹਿੰਦਾ ਤੁਸੀਂ ਰਮਾਇਣ ਨੂੰ ਕੀ ਰੋਂਦੇ ਪਿਓ, ਜੇ ਇਹਨਾਂ ਨੇ ਇਹ ਗੱਲ ਕਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਕਹਿਣਗੇ ਵੀ ਜਿਹੜੀ ਗੋਬਿੰਦ ਗੀਤਾ ਉਹਦੇ ਚ ਲਿਖਿਆ ਸਪਸ਼ਟ ਵੀ ਗੋਬਿੰਦ ਸਿੰਘ ਦੀ, ਇਹ ਗੋਬਿੰਦ ਗੀਤਾ ਵੀ ਗੋਬਿੰਦ ਸਿੰਘ ਦੀ ਲਿਖੀ ਹੋਈ ਹੈ, ਜਿਹਦੇ ਲੇਖਕ ਨੇ ਸਰਬਜੀਤ ਸਿੰਘ ਕ੍ਰਿਤੀ, ਜਸਵੀਰ ਸਿੰਘ ਜੀ ਕ੍ਰਿਤੀ। ਹੁਣ ਨਾਮ ਕੀ ਦਿੱਤਾ? ਸਰਬਜੀਤ ਸਿੰਘ, ਜਸਵੀਰ ਸਿੰਘ। ਕਹਿੰਦੇ ਵੀ ਸਿੰਘਾਂ ਨੇ ਲਿਖੀ। ਲਿਖਤ ਕਿਹਨੇ ਲਿਖੀ? ਲੇਖ ਕੌਣ ਨੇ? ਇਹ ਨੇ। ਕਿੱਥੋਂ ਦੇ ਨੇ ਇਹ ਬਨਾਰਸ ਦੇ ਰਹਿਣ ਵਾਲੇ ਕ੍ਰਾਂਤੀ ਦੀ ਕਿਤਾਬ ਦੇ ਵਿੱਚ ਸਾਰਾ ਉਸ ਲਿਖਿਆ ਹੋਇਆ, ਉੱਪਰ ਨਾਮ ਲਿਖੇ ਹੋਏ। ਲੇਖ ਕੌਣ ਨੇ ਜੀ? ਇਹਦਾ ਕ੍ਰਿਤ ਕਿਹਨੇ ਕੀਤੀ? ਇਹ ਗੋਬਿੰਦ ਸਿੰਘ ਜੀ ਦੀ ਕ੍ਰਿਤ ਹੈ। ਨਾਮ ਕੀ ਹੈ? ਗੋਬਿੰਦ ਗੀਤਾ। ਪਹਿਲਾਂ ਗੋਬਿੰਦ ਰਮਾਇਣ ਦਾ ਰੌਲਾ ਪੈ ਰਿਹਾ ਹੈ। ਉਹ ਕਹਿੰਦਾ ਸਿੱਖੋ ਤੁਸੀਂ ਧਿਆਨ ਜੇ ਨਾ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਇਹ ਵੀ ਕਹਿਣਾ ਵੀ ਜਿਹੜੀ ਗੀਤਾ ਆ ਗਈ ਤੇ ਉਹ ਵੀ ਗੋਬਿੰਦ ਸਿੰਘ ਨੇ ਲਿਖੀ ਹੋਈ ਹੈ। ਫਿਲਹਾਲ ਕੀ ਨਹੀਂ ਹੈ, ਅਸੀਂ ਤਾਂ ਲੜਨਾ ਸ਼ੁਰੂ ਕੀਤਾ ਹੋਇਆ ਗੁਰੂ ਸਵਰੂਪ, ਸਾਡਾ ਧਿਆਨ ਹੀ ਨਹੀਂ ਹੈ ਇਹ ਗੱਲਾਂ ਦੇ ਵੱਲ, ਧਿਆਨ ਨਹੀਂ ਹੈ ਸਾਡਾ। ਅਸੀਂ ਸੋਚਾਂਗੇ ਵੀ ਅਸੀਂ ਕਿਸ ਤਲ ਦੇ ਉੱਪਰ ਬੈਠੇ ਹੋਏ ਹਾਂ, ਕਿੱਥੇ ਜੇ ਬੈਠੇ ਹਾਂ, ਕੀ ਕਰ ਰਹੇ ਹਾਂ। ਸਾਡੀ ਲੜਾਈ ਪਤਾ ਕੀ ਹੈ? ਅੱਜ ਮੇਰੇ ਨਾਲ ਵੀ ਬਹਿਸ ਕਾਫੀ ਹੋਈ ਕਿ ਇੱਕ ਸੱਜਣ ਮੇਰੇ ਨਾਲ ਬਹਿਸਣ ਲੱਗ ਗਿਆ। ਮੈਂ ਭਰਾਵਾ ਮੈਂ ਬਹਿਸਣਾ ਨਹੀਂ ਹੈ, ਬਹਿਸਣ ਦੀ ਲੋੜ ਨਹੀਂ। ਮੈਂ ਵੈਸੇ ਸਹਿਜ ਸੁਭਾਅ ਗੱਲ ਕਰ ਦਿੱਤੀ, ਮਹਾਂ ਵੀ ਸਾਨੂੰ ਸਾਰਿਆਂ ਨੂੰ ਨਾ ਇੱਕ ਇਕੱਠੇ ਹੋ ਕੇ ਇੱਕ ਮੰਗ ਪੱਤਰ ਦੇਣਾ ਚਾਹੀਦਾ, ਜਹੇਦਾਰ ਸਾਹਿਬ ਨੂੰ ਮੰਗ ਪੱਤਰ ਦੇਣਾ ਚਾਹੀਦਾ ਵੀ ਸਾਡਾ ਮੰਗ ਪੱਤਰ ਹੈ ਜੀ। ਮੰਗ ਪੱਤਰ ਕੀ? ਵੀ ਜਿਹੜੇ ਇਸ ਤਰ੍ਹਾਂ ਦੇ ਸ਼ਰਾਰਤੀ ਅੰਸ਼ 'ਚ ਕਿਵੇਂ ਜਿਹੜਾ RSS ਦਾ ਬੰਦਾ ਹੈ, ਜਿਹਨੂੰ ਫਿਲਹਾਲ ਕਿ ਜਥੇਦਾਰ ਨਹੀਂ, ਮੈਂ ਕਹਿੰਦਾ ਜਥੇਦਾਰ ਕਹਿਣਾ ਹੀ ਗਲਤ ਹੈਗਾ, ਉਦੋਂ ਹੀ ਅਖਬਾਰਾਂ ਲਿਖੋ ਸਾਬਕਾ ਜਥੇਦਾਰ, ਉਹ ਤਾਂ ਸਰੂਤੀ ਪਤਾ ਹੈਗਾ ਹੀ ਬੰਦਾ ਹੈ ਹੀ ਇਸ ਤਰ੍ਹਾਂ ਦਾ। ਸਰੂਤੀ ਪਤਾ ਵੀ RSS ਦਾ ਬੰਦਾ ਹੈ, ਇਕਬਾਲ ਸਿੰਘ ਪਟਨੇ ਵਾਲਾ, ਤੇ ਸਾਰੇ ਜਾਣਦੇ ਹੋ। ਤੇ ਉਹਨੂੰ ਸਿੰਘ ਸਾਹਿਬ ਕਾਹਦੇ ਵਾਸਤੇ, ਜਥੇਦਾਰ ਕਾਹਦੇ ਵਾਸਤੇ? ਵੀ ਜਿਹੜਾ ਉਹਨੇ ਬਾਣਾ ਪਾਇਆ ਨੇ, ਇੱਕ ਮੰਗ ਪੱਤਰ ਦਿੱਤਾ ਜਾਵੇ, ਐਲਾਨ ਕੀਤਾ ਜਾਵੇ ਪੰਥ ਚੋਂ ਸੇਕਿਆ ਗਿਆ। ਕਿਉਂਕਿ ਜਿਹੜੇ ਬੰਦੇ ਨੂੰ ਸੇਕਣਾ ਚਾਹੀਦਾ ਤੇ ਉਹਨੂੰ ਸੇਕੀਏ ਨਾ ਅਸੀਂ, ਤੇ ਜਿਹਨੂੰ ਨਹੀਂ ਸੇਕਣਾ ਤੇ ਉਹਨੂੰ ਚੱਕ ਕੇ ਸੇਕੀ ਤੁਰੇ ਜਾਂਦਾ, ਜਿਹਨਾਂ ਨੂੰ ਸੇਕਣਾ ਤੇ ਉਹ ਝੋਲੀ 'ਚ ਬਿਠਾ ਰੱਖੇ। ਮੈਂ ਵੈਸੇ ਗੱਲ ਕੀਤੀ ਵੀ ਮੰਗ ਪੱਤਰ ਆਪਾਂ ਨੂੰ ਇਕੱਠੇ ਹੋ ਕੇ ਜਾ ਕੇ ਦੇਣਾ ਚਾਹੀਦਾ। ਕਦੇ ਜਥੇਦਾਰ ਕੀ ਕਰਦੇ? ਮੈਂ ਕਿਹਾ ਸਾਡੀ ਲੜਾਈ ਤਾਂ ਇੱਥੇ ਹੀ ਆ। ਅੱਜ ਅਸੀਂ ਇਸੇ ਗੱਲ ਤੇ ਉੱਪਰ ਲੜੀ ਜਾ ਰਹੇ ਹਾਂ। ਪਹਿਲੀ ਗੱਲ, ਸਾਡੀ ਜਿਹੜੀ ਕੌਮ ਆ ਨਾ, ਜੇ ਤਾਂ ਸਿੰਘ ਸਾਹਿਬ ਜਥੇਦਾਰ ਨੇ ਹੁਕਮਨਾਮਾ ਜਾਰੀ ਕਰ ਦਿੱਤਾ, ਕਹਿ ਦਿੱਤਾ ਵੀ ਇਹ ਗੁਰਸਿੱਖੋ ਆਹ ਹੁਕਮਨਾਮਾ ਹੈ ਤੇ ਇਸ ਹੁਕਮਨਾਮੇ ਤੇ ਤੁਸੀਂ ਪਹਿਰਾ ਦੇਣਾ, ਫਿਰ ਸਾਡਾ ਜਵਾਬ ਪਤਾ ਕੀ ਹੁੰਦਾ? ਜੇ ਤਾਂ ਸਾਡੇ ਤੇ ਢੁਕਦਾ ਹੋਵੇ ਹੁਕਮਨਾਮਾ, ਸਾਡੇ ਤੇ ਢੁਕਦਾ ਹੈ ਵੀ ਅਸੀਂ ਮੰਨਣਾ ਹੈ, ਸਾਨੂੰ ਹੁਕਮ ਕਰ ਦਿੱਤਾ, ਫਿਰ ਅਸੀਂ ਕਹਾਂਗੇ ਜੀ ਉਹ ਤਾਂ ਬਾਦਲਾਂ ਦੇ ਜਥੇਦਾਰ ਨੇ, ਸਾਡੇ ਥੋੜੀ, ਅਸੀਂ ਨਹੀਂ ਮੰਨਦੇ ਹੁਕਮਨਾਮਾ ਇਹਨਾਂ ਦਾ। ਕਹਾਂਗੇ, ਕਹਿੰਦੇ ਆ ਨਾ, ਲੋ ਅਸੀਂ ਇਹਨਾਂ ਦਾ ਹੁਕਮ, ਇਹ ਸਾਡੇ ਜਥੇਦਾਰ ਹੀ ਨਹੀਂ, ਸਾਡੇ ਥੋੜੀ ਹੈ, ਕੌਮ ਦੇ ਥੋੜੀ ਜਥੇਦਾਰ ਨੇ, ਇਹ ਤਾਂ ਉਹਨਾਂ ਦੀ ਜੇਬ ਚੋਂ ਨਿਕਲੇ, ਅਸੀਂ ਨਹੀਂ ਮੰਨਦੇ। ਪਹਿਲੀ ਗੱਲ, ਜੇ ਅਸੀਂ ਮੰਨਦੇ ਨਹੀਂ, ਮੈਂ ਕਹਿੰਦਾ ਬਿਲਕੁਲ ਨਹੀਂ ਮੰਨਣਾ ਚਾਹੀਦਾ, ਨਾ ਮੰਨਣਾ ਵੀ ਨਹੀਂ ਚਾਹੀਦਾ। ਚਲੋ ਮੰਨ ਲਿਆ ਵੀ ਮੰਨਣਾ ਨਹੀਂ ਚਾਹੀਦਾ, ਫਿਰ ਸਾਨੂੰ ਕੀ ਅਧਿਕਾਰ ਆ ਵੀ ਅਸੀਂ ਜਥੇਦਾਰ ਤੇ ਬਿਆਨ ਲਾਈ ਵੀ ਤੂੰ ਹੁਣ ਹੁਕਮਨਾਮਾ ਜਾਰੀ ਕਰ, ਜਦੋਂ ਅਸੀਂ ਜਥੇਦਾਰ ਮੰਨਦੇ ਨਹੀਂ, ਫਿਰ ਉਹਨੂੰ ਕਹਿਣ ਦੀ ਕੀ ਲੋੜ ਹੈਗੀ? ਇੱਕ ਪਾਸੇ ਅਸੀਂ ਕਹਿ ਰਹੇ ਹਾਂ ਵੀ ਸਾਡਾ ਕੋਈ ਜਥੇਦਾਰ ਨਹੀਂ, ਅਸੀਂ ਜਥੇਦਾਰ ਮੰਨਦੇ ਕੋਈ ਨਹੀਂ, ਅਸੀਂ ਤਾਂ ਹੁਕਮਨਾਮਾ ਨਹੀਂ ਮੰਨਦੇ ਜੀ। ਦੂਜੇ ਪਾਸੇ ਅਸੀਂ ਬਿਆਨ ਲਾਉਂਦੇ ਪਿਆ ਵੀ ਹੁਣ ਜਥੇਦਾਰ ਕਿਉਂ ਨਹੀਂ ਬੋਲਦੇ, ਵੀ ਕਿਹੜੇ ਜਥੇਦਾਰ ਨੂੰ ਕਹਿ ਰਹੇ ਹੋ ਤੁਸੀਂ? ਜਿਹਨੂੰ ਮੰਨਦੇ ਨੂੰ ਉਹਨੂੰ ਕਹਿ ਰਹੇ ਆ। ਜਾਂ ਤਾਂ ਫਿਰ ਇੱਕ ਪਾਸੇ ਹੋਵੋ, ਜਾਂ ਤਾਂ ਫਿਰ ਇਸ ਚੀਜ਼ ਦੇ ਧਾਰਨੀ ਬਣੋ ਵੀ ਅਸੀਂ ਮੰਨਣਾ ਹੀ ਨਹੀਂ, ਆਪਣਾ ਜਥੇਦਾਰ ਲਾਓ, ਜਿਹੜਾ ਤੁਹਾਡਾ ਜਥੇਦਾਰ ਤੇ ਉਹਨੂੰ ਕਹੋ ਵੀ ਭਾਈ ਹੁਕਮਨਾਮਾ ਜਾਰੀ ਕਰ। ਜੇ ਤੁਹਾਡਾ ਕੋਈ ਹੈ ਨਹੀਂ ਤੇ ਫਿਰ ਤੁਹਾਨੂੰ ਚੁੱਪ ਕਰਕੇ ਬੈਠ ਜਾਣਾ ਚਾਹੀਦਾ, ਫਿਰ ਨਹੀਂ ਕਹਿਣਾ ਚਾਹੀਦਾ ਵੀ ਜਥੇਦਾਰ ਬੋਲੇ ਹੁਣ, ਵੀ ਜਥੇਦਾਰ ਤਾਂ ਅਸੀਂ ਮੰਨਦੇ ਨਹੀਂ, ਕਿਹੜੇ ਜਥੇਦਾਰ ਨੂੰ ਕਹਿ ਰਹੇ ਆ ਬੋਲੇ ਹੋ। ਲੜਾਈ ਸਾਡੀ ਅੱਜ ਆ ਚੱਲਦੀ ਪਈ ਆ। ਉਹੀ ਬੰਦੇ ਕਹਿ ਰਹੇ ਨੇ ਅਸੀਂ ਜਥੇਦਾਰ ਮੰਨਣਾ ਨਹੀਂ, ਉਹੀ ਬੰਦੇ ਕਹਿ ਰਹੇ ਨੇ ਵੀ ਜਥੇਦਾਰ ਚੁੱਪ ਕਿਉਂ ਨੇ ਜੀ, ਹੁਣ ਜਥੇਦਾਰ ਕਿਉਂ ਨਹੀਂ ਬੋਲਦੇ, ਵੀ ਕਿਹੜੇ ਨੂੰ ਕਹਿ ਰਹੇ ਆ? ਜਾਂ ਤਾਂ ਫਿਰ ਤੂੰ ਇਹ ਮੰਨ ਵੀ ਮੰਨਦਾ, ਫਿਰ ਤਾਂ ਇਹਦਾ ਮਤਲਬ ਹੈ ਨਾ, ਜੇ ਤੂੰ ਮੰਨਦਾ ਫਿਰ ਤਾਂ ਭਾਈ ਫਰਜ਼ ਬਣਦਾ, ਮੈਂ ਭਾਈ ਮੈਂ ਤਾਂ ਮੰਨਦਾ, ਮੈਂ ਤਾਂ ਮੰਗ ਪੱਤਰ ਦੂੰ,
ਅਸੀਂ ਕੋਸ਼ਿਸ਼ ਕਰਦੇ ਕਰਨ ਤੇ ਕਰ ਮੰਗ ਪੱਤਰ ਦੇਣ ਜਾਣਾ ਵੀ ਮੰਗ ਪੱਤਰ ਜਿਹੜਾ ਅਸੀਂ ਜ਼ਰੂਰ ਦੇਵਾਂਗੇ ਵੀ ਇਹਨਾਂ ਨੂੰ ਭਾਈ ਬਾਂਸੂ। ਅਸੀਂ ਤਾਂ ਮੰਨਦੇ ਵੀ ਜਥੇਦਾਰ ਉਹ ਸਾਡਾ ਹੈ ਤਾਂ ਉਹਨੂੰ ਕਹੀਏ ਅਸੀਂ, ਕਿਉਂਕਿ ਜੇ ਕੌਮ ਕਹੇਗੀ ਤਾਂ ਮੰਗ ਪੱਤਰ ਦਿੱਤੇ ਗਏ, ਕਾਫੀ ਦਿੱਤੇ ਗਏ ਤੇ ਉਹਨੇ ਫੈਸਲਾ ਲੈ ਲੈਣਾ। ਇਕੱਲਾ ਥੋੜੀ ਫੈਸਲਾ ਲਏਗਾ, ਕੋਈ ਵਿਧੀ ਵਿਧਾਨ ਹੁੰਦਾ ਫੈਸਲਾ ਲੈਣ ਦਾ। ਹੁਣ ਇਹ ਥੋੜੀ ਹੈ ਵੀ ਜੇ ਕੋਈ ਕਿਸੇ ਕੋਲ ਕੇਸ ਆਇਆ ਵੀ ਝੱਟ ਦੇ ਨੇ ਹੁਣ ਜੱਜ ਦੇਖੋ, ਜੱਜ ਦੀ ਖਾਸੀਅਤ ਇਹ ਹੈ ਕਿ ਉਹਨੇ ਕੀ ਕਰਨਾ, ਜੱਜ ਕੋਲੇ ਕੇਸ ਗਿਆ, ਅੱਡੋ ਅੱਡੀ ਵਕੀਲ ਹੋ ਗਏ ਦੋਨੇ ਤਰ੍ਹਾਂ ਦੇ। ਉਹਨੇ ਵਕੀਲ ਨੇ ਉਹਨਾਂ ਦੀਆਂ ਦਲੀਲਾਂ ਦੇਣੀਆਂ, ਦੇ ਕੇ ਸਾਰੀਆਂ ਗਵਾਹੀਆਂ ਭੁਗਤਾਣੀਆਂ, ਦੂਜੇ ਵਕੀਲ ਨੇ ਦੂਜੀਆਂ ਗਵਾਹੀਆਂ। ਹੁਣ ਇਹ ਥੋੜੀ ਵੀ ਅੱਜ ਕੇਸ ਲੱਗਿਆ ਤੇ ਜੱਜ ਨੇ ਬਸ ਸੁਣਿਆ ਤੇ ਨਾਲ ਦੀ ਨਾਲ ਉਹਦੀ ਹੁਕਮ ਜਾਰੀ ਕਰਤਾ ਵੀ ਭਾਈ ਸਜ਼ਾ ਸੁਣਾ ਦਿੱਤੀ। ਇਹ ਹੋਇਆ ਕਦੇ? ਇਹੀ ਚੀਜ਼ ਹੈ ਵੀ ਸਾਡੀ ਅਦਾਲਤ ਜਿਹੜੀ ਹੈ ਨਾ, ਸਾਡੀ ਸੁਪਰੀਮ ਕੋਰਟ, ਸਾਡੀ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਹੈ। ਸਮਾਂ ਲੱਗ ਜਾਂਦਾ ਹੈ, ਉਹਦੀ ਛਾਣਬੀਨ ਹੁੰਦੀ ਹੈ, ਫਿਰ ਇੱਕ ਕਮੇਟੀ ਬਣਦੀ ਹੈ, ਛਾਣਬੀਨ ਕਰਨ ਤੋਂ ਬਾਅਦ ਫਿਰ ਜਾ ਕੇ ਕਿਤੇ ਫੈਸਲੇ ਹੁੰਦੇ ਆ। ਅਸੀਂ ਏਦਾਂ ਹੀ ਰੌਲਾ ਪਾਉਣਾ ਸ਼ੁਰੂ ਕਰਦੇ ਹਾਂ, ਉਹ ਦੇਖੋ ਜੀ ਉਹਨੇ ਬਿਆਨ ਲਾਤਾ, ਹੁਣ ਜਥੇਦਾਰ ਨੇ ਕਿਉਂ ਨੇ ਕਿਹਾ ਵੀ ਇਹਨੂੰ 500 ਸੇਵ ਤੋਂ ਲੈ ਦੱਸੋ ਵੀ ਫੈਸਲਾ ਹੋਏਗਾ ਜੇ ਕੌਮ ਕਹੇਗੀ ਮੰਗ ਪੱਤਰ ਦੇਵਾਂਗੇ ਤੇ ਫਿਰ ਹੀ ਹੋਏਗਾ। ਹਾਂ ਜੇ ਮੰਨਦੇ ਆ ਤਾਂ ਫਿਰ ਦੇ ਦੇਣਾ ਚਾਹੀਦਾ, ਜੇ ਨਹੀਂ ਮੰਨਦੇ ਫਿਰ ਸਾਨੂੰ ਚੁੱਪ ਕਰ ਜਾਣਾ ਚਾਹੀਦਾ। ਫਿਰ ਸਾਡਾ ਕੋਈ ਅਧਿਕਾਰ ਨਹੀਂ ਵੀ ਅਸੀਂ ਕਿਸੇ ਨੂੰ ਕਹੀਏ ਵੀ ਮਤਲਬ ਕਿਉਂਕਿ ਸਾਡਾ ਤਾਂ ਜਥੇਦਾਰ ਹੀ ਹੈ ਨਹੀਂ, ਫਿਰ ਉਹ ਪਰ ਅਸੀਂ ਕਿਉਂ ਕਹੀਏ ਜੀ, ਕਿਉਂ ਰੌਲਾ ਪਾਈਏ? ਸਾਨੂੰ ਰੌਲਾ ਪਾਉਣ ਦੀ ਲੋੜ ਨਹੀਂ। ਸੁਕੰਤ ਮੁਰਾਦ ਹੈ ਕਿ ਅੱਜ ਦੁਨੀਆ ਦੇ ਵਿੱਚ, ਸੰਸਾਰ ਦੇ ਅੰਦਰ ਗੁਰੂ ਸਵਾਰਿਓ, ਬਸ ਆ ਜਿਹੜੀ ਮੈਂ ਦੀ ਭਾਵਨਾ ਨਾ ਇਹ ਸਾਨੂੰ ਟਿਕਣ ਨਹੀਂ ਦਿੰਦੀ, ਬਸ ਇਹ ਨਹੀਂ ਟਿਕਣ ਦਿੰਦੀ। ਨਿਮਰਤਾ ਤਾਂ ਸਾਡੇ 'ਚ ਖਤਮ ਹੀ ਹੋ ਚੁੱਕੀ ਹੈ। ਬਸ ਇਸੇ ਗੱਲਾਂ ਦੀਆਂ ਲੜਾਈਆਂ ਅੱਜ ਸਾਡੇ ਸਮਾਜ ਦੇ ਵਿੱਚ ਚੱਲਦੀਆਂ ਪਈਆਂ। ਅੱਜ ਆਹ ਹੋਇਆ ਬਿਆਨਬਾਜ਼ੀ, ਉਹ ਤੇ ਹੋ ਗਈ, ਉਧਰੋਂ ਉਹ ਬਿਆਨਬਾਜ਼ੀ, ਉਹ ਆਪਣਾ ਕੰਮ ਕਰੀ ਜਾ ਰਹੇ ਨੇ, RSS ਆਪਣਾ ਕੰਮ ਕਰੀ ਜਾ ਰਹੀ ਹੈ, ਸਿੱਖ ਆਪਸ ਵਿੱਚ ਲੜੀ ਜਾ ਰਹੇ ਨੇ, ਇੱਕ ਦੂਜੇ ਤੇ ਦੂਸ਼ਣਵਾਦੀਆਂ ਲਾਈ ਜਾ ਰਹੇ ਨੇ, ਇਹਨਾਂ ਦਾ ਕੋਈ ਧਿਆਨ ਨਹੀਂ। ਮੈਂ ਗੱਲਾਂ ਤਾਂ ਸਾਂਝੀਆਂ ਕਰਦਾ ਪਿਆ ਕਿਉਂਕਿ ਲਾਈਵ ਵੀ ਚੱਲਦਾ ਪਿਆ, ਬਹੁਤੇ ਸੁਣਦੇ ਪਏ ਨੇ ਵੀ ਸਾਨੂੰ ਜਾਗਰਤ ਹੋਣਾ ਪੈਣਾ, ਇਕਜੁੱਟ ਹੋਣਾ ਪੈਣਾ ਜੇ ਅਸੀਂ ਆਪਣੇ ਇਤਿਹਾਸ ਨੂੰ, ਆਪਣੀ ਅਸੀਂ ਬਾਣੀ ਨੂੰ ਬਚਾਉਣਾ, ਜੇ ਬਚਾਉਣਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ। ਤੇ ਇਹ ਜਥੇਦਾਰ ਨੇ ਗੱਲ ਮੈਂ ਹੋਰ ਕਹਿ ਦਿਆਂ, ਜਦੋਂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸੀ ਨਾ, ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਸੀਗਾ, ਉਸ ਸਮੇਂ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਪਰ, ਤੁਸੀਂ ਅੱਜ ਵੀ YouTube ਤੇ ਜਦੋਂ ਮਰਜ਼ੀ ਤੁਸੀਂ ਕੱਢ ਕੇ ਸੁਣ ਸਕਦੇ ਹੋ, ਜਥੇਦਾਰ ਸਾਹਿਬ ਨੇ ਅੱਜ ਤੋਂ 1.5 ਮਹੀਨਾ ਪਹਿਲਾਂ, ਅਯੋਧਿਆ ਦਾ ਮਸਲਾ ਤਾਂ ਹਜੇ ਕੱਲ ਆਇਆ ਨਾ, ਕੱਲ ਪਰਸੋਂ ਵੀ ਇਦਾਂ ਬੋਲਿਆ, ਜਥੇਦਾਰ ਸਾਹਿਬ ਜੀ ਨੇ ਉਸ ਸਪੀਚ ਦੇ ਵਿੱਚ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਸੀ। ਉਹਨਾਂ ਨੇ ਕਿਹਾ ਸੀਗਾ, ਕਹਿੰਦੇ ਹਮਲੇ ਹੋਣੇ ਸ਼ੁਰੂ ਹੋਏ ਨੇ, ਅੱਜ ਹਿੰਦੂਆਂ ਦੇ ਮੰਦਰ ਜਿਹੜੇ ਹੈਗੇ ਉਹ ਬਣਨੇ ਸ਼ੁਰੂ ਹੋਏ, ਇਹਨਾਂ ਨੇ ਅੱਜ ਐਲਾਨ ਕਰ ਦਿੱਤਾ ਵੀ ਇੱਥੇ ਇਸਲਾਮ ਵਾਲਾ ਕੋਈ ਨਹੀਂ ਰਹਿ ਸਕਦਾ, ਇਹਨਾਂ ਨੂੰ ਭੇਜੋ ਜੀ। ਕਹਿੰਦੇ ਗੁਰਸਿੱਖੋ ਯਾਦ ਰੱਖਿਓ, ਕਹਿੰਦੇ ਗੁਰੂ ਸਾਹਿਬ ਜੀ ਦਾ ਹੁਕਮ ਹੈ, ਪਰੋਸੀ ਕੇ ਜੋ ਹੁਆ ਆਪਣੇ ਵੀ ਜਾਣ, ਕਹਿੰਦੇ ਆਉਣ ਵਾਲੇ ਸਮੇਂ ਤੇ ਤੇਰੇ ਤੇ ਵੀ ਅਟੈਕ ਹੋਣਾ। ਅੱਜ ਹੋਇਆ ਕਿ ਨਹੀਂ ਹੋਇਆ? ਇਹ ਸਟੇਟਮੈਂਟ ਪਤਾ ਕਿਹਦੀ ਹੈ? ਇਹ ਜਥੇਦਾਰ ਦੀ ਸਟੇਟਮੈਂਟ ਹੈ, 1.5 ਮਹੀਨਾ ਪਹਿਲਾਂ ਦੀ ਹੈ। ਉਹਨਾਂ ਨੇ ਇਹ ਗੱਲ 1.5 ਮਹੀਨਾ ਪਹਿਲਾਂ ਕਹਿ ਦਿੱਤੀ। ਕੀਰਤਪੁਰ ਸਾਹਿਬ ਦੀ ਧਰਤੀ ਤੇ ਹਰਗੋਬਿੰਦ ਸਾਹਿਬ ਜੀ ਦਾ ਜਦੋਂ ਉੱਥੇ ਪ੍ਰਕਾਸ਼ ਪੁਰਬ ਮਨਾਉਂਦੇ ਪਏ ਸੀਗੇ, ਉਸ ਸਮੇਂ ਦੇ ਵਿੱਚ ਇਹ ਜਥੇਦਾਰ ਦੀ ਸਟੇਟਮੈਂਟ ਹੈ। ਇਹਨੂੰ ਅਸੀਂ ਕਿਉਂ ਨਹੀਂ ਚੱਕਿਆ? ਵੀ ਉਹਨਾਂ ਤਾਂ ਪਹਿਲਾਂ ਹੀ ਕਿਹਾ ਵੀ ਅੱਜ ਆਪਾਂ ਕਹਿੰਦੇ ਵੀ ਸਿੱਖਾਂ ਤੇ ਹਮਲੇ ਹੋ ਰਹੇ, ਉਹ ਤਾਂ ਪਹਿਲਾਂ ਹੀ ਕਹਿ ਰਹੇ, ਕਹਿੰਦੇ ਜੇ ਉਹਨਾਂ ਨੇ ਮੰਦਿਰ ਬਣਾਇਆ ਨਾ, ਹਜੇ ਮੰਦਿਰ ਦਾ ਉਦਘਾਟਨ ਨਹੀਂ ਹੋਇਆ ਸੀ, ਹਾਂ ਹੁਣੀ ਹੋਇਆ, ਥੋੜੇ ਦਿਨ ਹੋਏ। ਉਹਨਾਂ ਨੇ ਪਹਿਲਾਂ ਹੀ ਕਿਹਾ ਵੀ ਜੋ ਉਹਨਾਂ ਦੇ ਹੋਇਆ ਤੇ ਤੇਰੇ ਵੀ ਹੋਊਗਾ। ਹੋ ਗਿਆ ਕਿ ਨਹੀਂ ਹੋਇਆ? ਕਿਹਾ ਕਿ ਨਹੀਂ ਕਿਹਾ? ਹਜੇ ਤਾਂ ਕੁਝ ਵੀ ਨਹੀਂ ਗੁਰੂ ਸਿੱਖੋ। ਜੇ ਅਸੀਂ ਹਜੇ ਵੀ ਨਾ ਜਾਗੇ ਨਾ ਤੇ ਸੱਚ ਜਾਣੋ ਸਾਨੂੰ ਬਹੁਤੀਆਂ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਣਾ। ਪਤਾ ਨਹੀਂ ਫਿਰ ਕਿੰਨੀਆਂ ਕੁ ਸ਼ਹੀਦੀਆਂ ਪਹਿਲਾਂ ਵੀ ਦਿੱਤੀਆਂ, ਸਾਨੂੰ ਹੁਣ ਵੀ ਦੇਣੇ। ਪਹਿਲੀ ਗੱਲ ਤਾਂ ਵੀ ਸਿੱਖ ਕੌਮ ਖਤਮ ਹੋਣ ਵਾਲੀ ਨਹੀਂ ਹੈ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲੇ। ਬੜੇ ਬੜੇ ਅਬਦਾਲੀ ਵਰਗੇ ਬਹੁਤ ਹੀ ਵੱਡੇ ਆ ਗਏ ਖਤਮ ਕਰਨ ਵਾਸਤੇ, ਚੀਜ਼ ਹੀ ਕੁਛ ਨਹੀਂ। ਹਾਂ ਇੰਨਾ ਜ਼ਰੂਰ ਆ, ਸਾਡੀਆਂ ਪਹਿਲੀ ਵੀ ਨੌਜਵਾਨੀਆਂ ਹੋਰ ਸਾਡੀਆਂ ਸ਼ਹੀਦੀਆਂ ਸਾਡੇ ਹੋਈਆਂ, ਸਾਡਾ ਕਤਲੇਆਮ ਬੜਾ ਕੀਤਾ ਗਿਆ, 84 ਦੇ ਵਿੱਚ ਬੜਾ ਘਾਣ ਸਾਡਾ ਸਿੱਖੀ ਦਾ ਕੀਤਾ ਗਿਆ। ਉਹ ਹਾਲਾਤ ਜਿਹੜੇ ਸਾਡੇ ਫਿਰ ਪੈਦਾ ਹੋ ਜਾਣੇ ਆ ਜੇ ਅਸੀਂ ਇਕਜੁੱਟ ਨਾ ਹੋਏ, ਜੇ ਅਸੀਂ ਇੱਕ ਦੂਜੇ ਦੂਸ਼ਣਬਾਜ਼ੀਆਂ ਲਾਉਣੀਆਂ ਨਾ ਛੱਡੀਆਂ, ਇਕਜੁੱਟ ਹੋ ਕੇ ਫੈਸਲਾ ਲਈਏ, ਇੱਕ ਅਸੀਂ ਮੰਨ ਕੇ ਚੱਲੀਏ। ਕਿਉਂਕਿ ਜੇ ਅਸੀਂ ਕਿਸੇ ਨੂੰ ਕਮਾਨ ਦੇਵਾਂਗੇ ਫਿਰ ਹੀ ਉਹ ਫੈਸਲਾ ਕਰੇਗਾ। ਇਕਜੁੱਟ ਹੋ ਕੇ ਸਾਨੂੰ ਕਮਾਨ ਦੇਣੀ ਪੈਣੀ ਹੈ ਹੱਥ ਦੇ ਵਿੱਚ, ਭਾਈ ਵੀ ਤੂੰ ਸਾਡਾ ਜਥੇਦਾਰ ਹੈ, ਬਸ ਤੁਸੀਂ ਇਹਦਾ ਹੱਲ ਕਰੋ, ਜੇ ਮਰਜ਼ੀ ਕਰੋ, ਕਮਾਨ ਤਾਂ ਫੜਾਉਣੀ ਪੈਣੀ। ਜੇ ਦੂਸ਼ਣਬਾਜ਼ੀਆਂ ਲੈ ਗਈਆਂ ਮੇਰੇ ਖਿਆਲ 'ਚ ਵਿੱਚ ਫਿਰ ਕੁਝ ਨਹੀਂ ਹੋਣਾ। ਸਿੱਖੋ ਫਿਰ ਜਿੱਥੇ ਛਿੱਤਰ ਖਾਂਦੇ ਆ, ਪਹਿਲਾਂ ਵੀ ਖਾਏ ਗਏ ਤੇ ਹੁਣ ਵੀ ਖਾਏ ਜਾਏ, ਫਰਕ ਕੀ ਪੈਣ ਲੱਗਿਆ? ਇਤਿਹਾਸ ਸਾਡਾ ਗਵਾਹ ਹੈ। ਸੁੱਖ ਹੈ ਆਪਣੇ ਆਪਾਂ ਇਤਿਹਾਸ ਦੇ ਵੱਲ ਆਈਏ, ਖਿਮਾ ਕਰਨੀ ਸ਼ਬਦ ਦੇ ਵੱਲ ਆਈਏ। ਗੁਰੂ ਸਾਹਿਬ ਜੀ ਬੜੇ ਪਿਆਰ ਸਾਨੂੰ ਸਿਖਾਉਂਦੇ ਪਏ ਨੇ ਵੀ ਸੁੱਖ ਜੇ ਬਤੀਤ ਕਰਨੇ ਆ ਭਲਿਆ, ਆਪਣੇ ਹਿਰਦੇ ਦੇ ਅੰਦਰ ਗਰੀਬੀ ਲੈ ਕੇ ਆ।
ਆਪਣੀ ਹਉਮੈ ਭਾਵ ਨੂੰ ਤਿਆਗ, ਜੇ ਖਤਮ ਕਰ ਲਵੇ, ਨਿਮਰਤਾ ਆਪਣੇ ਅੰਦਰ ਲੈ ਲਵੇ। ਇਹ ਗੱਲ ਯਾਦ ਰੱਖੀ, ਜਿਹੜੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ, ਜਿਨ੍ਹਾਂ ਨੇ ਹੰਕਾਰ ਕੀਤਾ ਕਹਿੰਦੇ ਉਹ ਗਰਭ ਗਲੇ ਨੇ, ਗਲ ਗਏ ਨੇ। ਇੱਥੇ ਫਿਰ ਕਹਿ ਦਿਆਂ, ਜਥੇਦਾਰ ਦੀ ਨਾਲ ਦੀ ਸਟੇਟਮੈਂਟ ਇਹਦੇ ਨਾਲ ਹੀ, ਉੱਥੇ ਕੀਰਤਪੁਰ ਸਾਹਿਬ ਵਿਖੇ ਸਟੇਟਮੈਂਟ ਇਹ ਵੀ ਨਾਲ ਹੀ ਸੀ ਉਹਨਾਂ ਦੀ। ਉਹਨਾਂ ਨੇ ਕਿਹਾ, ਇਹ ਗੱਲ ਯਾਦ ਰੱਖਿਓ, ਜਿਹੜੇ ਕੱਟੜਵਾਜ ਹੁੰਦੇ ਆ ਨਾ, ਕੱਟੜਵਾਜ ਲੋਕ, ਕਹਿੰਦੇ ਬਹੁਤਾ ਸਮਾਂ ਟਿਕਣ ਵਾਲੇ ਨਹੀਂ ਹੁੰਦੇ। ਪਹਿਲਾਂ ਵੀ ਆਏ, ਔਰੰਗਜ਼ੇਬ ਨੇ ਬੜੀ ਕੱਟੜਤਾਪੂਣਾ ਵਿਖਾਇਆ ਵੀ ਮੈਂ ਸਾਰਿਆਂ ਜਿਹਨਾਂ ਲੁਹਾ ਕੇ ਇਹਨਾਂ ਨੂੰ ਹਿੰਦੂ ਬਣਾ ਦਿਆਂ, ਇਸਲਾਮ ਬਣਾ ਦਿਆਂਗਾ। ਅੱਜ ਕਦੇ ਨਾਮੋ ਨਿਸ਼ਾਨ ਨਹੀਂ ਹੈ। ਉਹਨਾਂ ਨਾਲ ਇਹ ਵੀ ਜਵਾਬ ਦੇ ਦਿੱਤਾ ਵੀ ਜੇ ਅੱਜ ਇਹ ਕਹਿੰਦੇ ਪਏ ਨੇ ਵੀ ਅਸੀਂ ਹਿੰਦੂ ਰਾਸ਼ਟਰ ਪੈਦਾ ਕਰਨਾ, ਸਾਰਾ ਕੁਝ ਬਣਾ ਦੇਣਾ, ਕੱਟੜਵਾਦ ਦਾ ਕੁਝ ਚਾਹੁੰਦੇ ਨੇ, ਕਹਿੰਦੇ ਵਜੂਦ ਇਹਨਾਂ ਦਾ ਵੀ ਕੋਈ ਨਹੀਂ ਰਹਿਣਾ ਆਉਣ ਵਾਲੇ ਸਮੇਂ ਦੇ ਵਿੱਚ, ਤੁਸੀਂ ਵੇਖੋਗੇ। ਕਿਉਂ? ਕਿਉਂਕਿ ਹੰਕਾਰ ਹੈ, ਵੱਡੇ ਵੱਡੇ ਹੰਕਾਰੀ ਆ, ਨਾਨਕ ਗਰਭ ਗਲੇ। ਕੱਲ ਜਾਂਦੇ ਆ ਇੱਥੇ ਮੇਰੇ ਗੁਰੂ ਸਾਹਿਬ ਜੀ ਕੀ ਸਮਝਾਉਂਦੇ ਪਏ ਨੇ, ਆਓ ਆਹੀ ਹੰਕਾਰ ਦੀਆਂ ਗੱਲਾਂ ਸਤਿਗੁਰੂ ਸਮਝਾਉਂਦੇ ਨੇ। ਕਹਿੰਦੇ ਭਾਈ ਜਿਹੜਾ ਧਨੀਵਾਨ ਹੈ, ਧਨ ਵਾਲਾ ਹੈ, ਉਹਦੀ ਕੀ ਹਾਲਤ ਹੁੰਦੀ ਹੈ, ਉਹ ਕਿਸ ਤਰ੍ਹਾਂ ਜਿਹੜਾ ਗਰਵਦਾ ਹੈ ਹੰਕਾਰ ਦੇ ਵਿੱਚ, ਉਹ ਗੁਰੂ ਸਾਹਿਬ ਜੀ ਸ਼ਬਦ ਦੇ ਰਾਹੀਂ ਦੱਸਦੇ ਪਏ ਨੇ। ਧਨਵੰਤਾ ਹੋਏ ਕਰ ਗਰਵਾਵੈ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਧਨ ਵਾਲਾ ਨਾ, ਜਿਹੜਾ ਦੌਲਤ ਵਾਲਾ ਹੁੰਦਾ ਹੈ, ਤੇ ਦੌਲਤ ਵਾਲਾ ਹੋ ਕੇ ਜਿਹੜਾ ਹੰਕਾਰ ਕਰੇ ਵੀ ਮੇਰੇ ਕੋਲ ਧਨ ਦੌਲਤ ਹੈ, ਮੇਰੇ ਕੋਲੇ ਪੈਸਾ, ਮੈਂ ਕੁਝ ਵੀ ਕਰ ਸਕਦਾ, ਮੇਰੇ ਕੋਲੇ ਪਾਵਰ ਹੈ। ਜੇ ਕਹਿੰਦੇ ਇਸ ਚੀਜ਼ ਦਾ ਕੋਈ, ਕਹਿੰਦੇ ਗਰਵਾਵਾ ਦਾ ਅਰਥ ਹੁੰਦਾ ਹੰਕਾਰ ਕਰਨਾ। ਧਨੀਵਾਨ ਲੋਕ ਜਿਹੜੇ ਹੈ, ਜਿਹੜੇ ਇਸ ਹੰਕਾਰ ਦੇ ਵਿੱਚ ਡੁੱਬੇ ਹੋਏ ਨੇ ਵੀ ਸਾਡੇ ਕੋਲੇ ਬਹੁਤੀ ਧਨ ਦੌਲਤ ਹੈ ਤੇ ਅਸੀਂ ਹੰਕਾਰ ਦੇ ਵਿੱਚ ਬੋਲਦੇ ਪਏ ਨੇ। ਤ੍ਰਿਣ ਸਮਾਨ ਕਛ ਸੰਗ ਨ ਜਾਵੇ। ਮੇਰੇ ਮਾਲਕ ਜੀ ਕਹਿੰਦੇ ਇੱਕ ਤਿੰਨ ਜਨਾ ਵੀ, ਤਿਲ ਦਾ ਮਾਜਨਾ ਕੀ ਹੁੰਦਾ ਹੈ, ਇੱਕ ਤਿਲ ਜਿੰਨਾ ਵੀ ਕਹਿੰਦੇ ਉਹ ਕੋਈ ਵੀ ਮਨ ਆਪਣੇ ਨਾਲ ਨਹੀਂ ਲੈ ਕੇ ਜਾਂਦੇ, ਸਭ ਕੁਝ ਰਹਿ ਜਾਂਦਾ ਹੈ। ਸਿਕੰਦਰ ਬਾਦਸ਼ਾਹ ਵਰਗੇ ਦੀਆਂ ਬੜੀਆਂ ਕਹਾਣੀਆਂ ਅਸੀਂ ਸੁਣੀਆਂ, ਕਿਉਂਕਿ ਸਾਰਿਆਂ ਦੀ ਜ਼ੁਬਾਨ ਤੇ ਜਦੋਂ ਗੱਲ ਆਉਂਦੀ ਹੈ ਸਿਕੰਦਰ ਬਾਦਸ਼ਾਹ ਦੀ ਜ਼ਰੂਰ ਆਉਂਦੀ। ਕਹਿੰਦੇ ਜੀ ਮਰਨ ਸਮੇਂ ਉਹਨੇ ਆਪਦੇ ਹੱਥ ਬਾਹਰ ਰੱਖੇ ਵੀ ਭਾਈ ਮੈਂ ਤਾਂ ਜਾ ਰਿਹਾ, ਹੁਣ ਖਾਲੀ ਹੱਥ ਜਾ ਰਿਹਾ, ਇਹ ਕੁਛ ਜਿਹਨੇ ਇਹ ਗੱਲ ਕਹੀ ਸੀ ਕਿ ਮੈਂ ਦੁਨੀਆ ਨੂੰ ਆਪਣੀ ਮੁੱਠੀ ਦੇ ਵਿੱਚ ਕਰਨਾ ਚਾਹੁੰਦਾ, ਮੈਂ ਸਾਰਾ ਕੁਝ ਜਿੱਤਣਾ ਚਾਹੁੰਦਾ। ਕਹਿੰਦੇ ਇੱਕ ਵਾਰੀ ਕੀ ਹੋਇਆ ਸੀ ਵੀ ਸਿਕੰਦਰ ਬਾਦਸ਼ਾਹ ਨਾ ਆਪਣਾ ਲਹੂ ਲਸ਼ਕਰ ਲੈ ਕਰਕੇ ਕਿਸੇ ਕਬੀਲੇ ਨੂੰ ਜਿੱਤਣ ਵਾਸਤੇ ਜਾ ਰਿਹਾ, ਜਾਂਦਾ ਬੜਾ ਖੜਾਕ ਹੁੰਦਾ। ਇੱਕ ਨਾ ਫਕੀਰ ਰੇਤੇ ਦੇ ਢੇਰ ਦੇ ਉੱਪਰ ਆਰਾਮ ਨਾਲ ਆਪਣੀ ਮਸਤੀ ਦੇ ਵਿੱਚ ਪਿਆ ਹੋਇਆ। ਸਿਕੰਦਰ ਬਾਦਸ਼ਾਹ ਦੀ ਹਾਥੀ ਦੇ ਉੱਪਰ ਸਵਾਰੀ ਹੈ। ਜਦੋਂ ਸਵਾਰੀ ਲੰਘਦੀ ਹੈ ਨਾ, ਸਿਕੰਦਰ ਬਾਦਸ਼ਾਹ ਦੇ ਉਸ ਫਕੀਰ ਦੇ ਉੱਪਰ ਨਜ਼ਰ ਜਾਂਦੀ ਹੈ ਵੀ ਇਹ ਫਕੀਰ ਪਿਆ ਤੇ ਆਰਾਮ ਨਾਲ ਪਿਆ, ਇਹ ਉੱਠਿਆ ਨਹੀਂ ਹੈ, ਇਹ ਵੇਖੀ ਕੌਣ ਹੈ। ਸਿਕੰਦਰ ਬਾਦਸ਼ਾਹ ਨੇ ਆਪਣੇ ਹਲਕਾਰਾਂ ਨੂੰ ਕਿਹਾ ਕਿ ਮੇਰੀ ਸਵਾਰੀ ਰੋਕੀ ਜਾਏ। ਆਪਣੀ ਸਵਾਰੀ ਨੂੰ ਰੋਕਿਆ ਤੇ ਸਵਾਰੀ ਨੂੰ ਰੋਕ ਕਰਕੇ ਤੇ ਉਤਰ ਕੇ ਨਾ ਉਸ ਫਕੀਰ ਦੇ ਕੋਲ ਚਲੇ ਗਏ। ਤੇ ਗੁਰੂ ਸਵਾਰ ਫਕੀਰ ਨੂੰ ਕਹਿਣ ਲੱਗੇ, ਕਹਿੰਦੇ ਫਕੀਰ ਤੁਸੀਂ ਸ਼ਾਂਤੀ ਦੇ ਵਿੱਚ ਪਏ ਹੋ, ਹੌਲ ਦੇ ਵਿੱਚ ਪਏ ਹੋ, ਇੰਨਾ ਮੇਰਾ ਲਹੂ ਲਸ਼ਕਰ ਨੰਗਿਆ, ਘੋੜਿਆਂ ਦਾ ਖੜਾਕ ਹੋ ਰਿਹਾ, ਖੜਕਾ ਹੋ ਰਿਹਾ, ਧੂੜ ਮਿੱਟੀ ਉੱਡਦੀ ਪਈ ਹੈ, ਵੀ ਤੁਸੀਂ ਇਸ ਗੱਲ ਦੇ ਬਾਰੇ ਨਹੀਂ ਸੋਚਿਆ, ਤੁਹਾਨੂੰ ਸੁਣਾਈ ਨਹੀਂ ਦਿੱਤਾ, ਤੁਸੀਂ ਕਿੱਦਾਂ ਆਨੰਦ ਦੇ ਵਿੱਚ ਕਿੱਦਾਂ ਪਏ ਹੋ, ਕਿਵੇਂ ਆਨੰਦ ਦੇ ਵਿੱਚ ਪਏ ਹੋ। ਉਹਦਾ ਫਕੀਰ ਦਾ ਜਵਾਬ ਸੀ, ਕਹਿੰਦਾ ਬਾਦਸ਼ਾਹ ਕੋਈ ਜ਼ਰੂਰੀ ਨਹੀਂ ਹੈ ਵੀ ਮੈਂ ਤੇਰੇ ਸਵਾਲ ਦਾ ਜਵਾਬ ਦੇਵਾਂ, ਤੇ ਪਹਿਲਾਂ ਤੂੰ ਮੇਰੇ ਸਵਾਲ ਦਾ ਜਵਾਬ ਦੇ, ਹੋ ਸਕਦਾ ਮੇਰੇ ਸਵਾਲ ਦੇ ਵਿੱਚ ਤੇਰਾ ਉੱਤਰ ਹੋਵੇ। ਬਾਦਸ਼ਾਹ ਕਹਿਣ ਲੱਗਾ ਕੀ ਹੈ ਸਵਾਲ? ਕਹਿਣ ਲੱਗਾ ਆ ਇੰਨਾ ਲਹੂ ਲਸ਼ਕਰ ਲੈ ਕਰਕੇ ਕਿੱਥੇ ਚੱਲਿਆ? ਕਹਿੰਦੇ ਮੈਂ ਕਿੱਥੇ ਜਾਣਾ, ਮੈਂ ਕਬੀਲੇ ਨੂੰ ਜਿੱਤਣ ਵਾਸਤੇ ਚੱਲਿਆ। ਕਹਿੰਦਾ ਬਾਦਸ਼ਾਹ ਜੇ ਤੂੰ ਕਬੀਲੇ ਨੂੰ ਜਿੱਤ ਲਿਆ ਫਿਰ ਕੀ ਕਰੇਗਾ? ਕਹਿੰਦਾ ਜੀ ਫਿਰ ਮੈਂ ਕੀ ਕਰਨਾ, ਫਿਰ ਮੈਂ ਕੋਈ ਹੋਰ ਕਬੀਲਾ ਜਿੱਤੂ। ਉਹ ਕਹਿੰਦੇ ਜੀ ਉਹ ਕਬੀਲਾ ਜਿੱਤ ਲਿਆ ਤੇ ਫਿਰ ਕੀ ਕਰੇਗਾ? ਬਾਦਸ਼ਾਹ ਕਹਿੰਦਾ ਮੈਂ ਫਿਰ ਕੀ ਕਰਨਾ, ਫਿਰ ਮੈਂ ਹੋਰ ਕਬੀਲਾ ਜਿੱਤੂ। ਉਹ ਕਹਿੰਦਾ ਜੇ ਤੂੰ ਉਹ ਵੀ ਜਿੱਤ ਲਿਆ ਤੇ ਫਿਰ ਕੀ ਕਰੇਗਾ? ਬਾਦਸ਼ਾਹ ਨੇ ਕਿਹਾ ਵੀ ਇਹ ਸਵਾਲ ਖਤਮ ਹੋਣ ਵਾਲਾ ਨਹੀਂ, ਤੇ ਮੈਂ ਕਹਿੰਦਾ ਰਹਿਣਾ ਵੀ ਮੈਂ ਕਬੀਲਾ ਜਿੱਤਣਾ, ਤੇ ਇਹਨੇ ਕਹਿ ਲੈਣਾ ਫਿਰ ਕੀ ਕਰੇਗਾ। ਬਾਦਸ਼ਾਹ ਕਹਿੰਦਾ ਜੀ ਮੈਂ ਇਹ ਚਾਹੁੰਦਾ ਵੀ ਦੁਨੀਆ ਮੇਰੀ ਮੁੱਠੀ ਦੇ ਵਿੱਚ ਹੋਵੇ ਤੇ ਮੈਂ ਜਰਾ ਸਾਰੇ ਕਿਤੇ ਕਬਜ਼ਾ ਹੋਵੇ, ਮੈਂ ਸਾਰਿਆਂ ਨੂੰ ਜਿੱਤਣਾ ਚਾਹੁੰਦਾ। ਫਕੀਰ ਨੇ ਫਿਰ ਸਵਾਲ ਰੱਖਤਾ, ਕਹਿੰਦਾ ਫਿਰ ਕੀ ਕਰੇਗਾ? ਬਾਦਸ਼ਾਹ ਕਹਿਣ ਲੱਗਾ ਫਿਰ ਕੀ ਕਰਨਾ, ਮੈਂ ਰਾਜਾ, ਮੈਂ ਸਾਰਾ ਕੁਝ ਜਿੱਤ ਲਿਆ, ਮੈਂ ਐਸ਼ੋ ਆਰਾਮ ਕਰਾਂਗਾ।
ਕਹਿੰਦਾ ਬਸ ਫਿਰ ਤੂੰ ਸਾਰੇ ਕਬੀਲੇ ਨੂੰ ਜਿੱਤ ਕੇ ਐਸੋ ਰਾਮ ਕਰਨ ਦੀਆਂ ਗੱਲਾਂ ਕਰਦਾ, ਮੈਂ ਐਸੋ ਰਾਮ ਦੇ ਵਿੱਚ ਪਿਆ ਹੋਇਆ, ਮੈਂ ਐਸੋ ਰਾਮ ਦੇ ਵਿੱਚ ਪਿਆ ਹੋਇਆ, ਮੈਂ ਇਸ ਸ਼ਹਿਦ ਦੇ ਵਿੱਚ ਪਿਆ ਹੋਇਆ। ਕਹਿੰਦਾ ਬਾਦਸ਼ਾਹ ਯਾਦ ਰੱਖੀ, ਸਾਰਾ ਕੁਝ ਜਿੱਤ ਕੇ ਵੀ ਤੂੰ ਐਸੋ ਰਾਮ ਨਹੀਂ ਕਰ ਸਕਦਾ। ਜਿਨ੍ਹਾਂ ਨੂੰ ਜਿੱਤਦਾ ਪਿਆ ਉਹਨਾਂ ਨੇ ਵੀ ਤੇਰਾ ਸਾਥ ਨਹੀਂ ਨਿਭਾਉਣਾ, ਤਾਂ ਕਰਕੇ ਜਿਹੜੇ ਹੱਥ ਬਾਹਰ ਕੱਢੇ ਗਏ ਸੀਗੇ। ਮਨ ਤੇ ਸੜ ਲੱਗੀ ਸੀ ਬਾਦਸ਼ਾਹ ਦੇ, ਸੋਚਣ ਦੇ ਮਨਜ਼ੂਰ ਹੋਇਆ। ਸੁਖ ਹੈ ਕਹਿਣ ਤੋਂ ਮੁਰਾਦ ਹੈ ਵੱਡੇ ਵੱਡੇ ਧਨਵਾਨ ਜਿਹੜੇ ਲੋਕ ਨੇ ਜਿਨ੍ਹਾਂ ਦੇ ਕੋਲ ਹੰਕਾਰ ਹੈ। ਸਤਿਗੁਰੂ ਜੀ ਕਹਿਣ ਲੱਗੇ ਭਾਈ ਉਹ ਹੰਕਾਰ ਹੀ ਕਰਦੇ ਰਹਿੰਦੇ ਨੇ, ਪਰ ਸੱਚ ਜਾਣੋ ਕਹਿੰਦੇ ਮਰਨ ਦੇ ਸਮੇਂ ਜਦੋਂ ਦੁਨੀਆ ਤੋਂ ਸੰਸਾਰ ਤੋਂ ਜਾਣਾ ਤਾਂ ਇੱਕ ਤਿੰਨ ਜਨਾਂ ਵੇਤਲ ਜਿਨ੍ਹਾਂ ਦੇ ਸਮਾਨ ਆਪਣੇ ਨਾਲ ਲੈ ਕੇ ਉਹ ਨਹੀਂ ਜਾਂਦੇ ਨੇ। ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ। ਬੰਦੇ ਦੀ ਆਸ ਕਾਤੇ ਹੁੰਦੀ ਹੈ, ਟੇਕ ਕਾਤੇ ਹੈ ਵੀ ਮੇਰਾ ਬਹੁਤ ਵੱਡਾ ਲਸ਼ਕਰ ਹੈ, ਬਸ ਏਦਾਂ ਹੀ ਹੈ ਨਾ। ਬੰਦਾ ਵੇਖ ਕੇ ਖੁਸ਼ ਹੋ ਜਾਂਦਾ ਆਪਣੇ ਘਰ-ਬਾਰ ਵੀ ਵਾਹ ਬੜੀ ਸੋਹਣੀ ਮੈਂ ਕੋਠੀ ਪਾ ਲਈ, ਮਹਿਲ ਬੜਾ ਸੋਹਣਾ ਪਾ ਲਿਆ। ਕਿੰਨਾ ਕੁ ਟਾਈਮ ਹੈ, ਕਿੰਨਾ ਕੁ ਟਾਈਮ ਮਹਿਲ ਦੇ ਵਿੱਚ ਗੁਜ਼ਾਰੇਗਾ? ਖੁਸ਼ੀਆਂ ਮਾਣਦਾ ਪਿਆ, ਆਸ ਲਾ ਕੇ ਬੈਠਾ ਹੋਇਆ ਮਨੁੱਖ। ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾ ਸਾਰੀ ਜ਼ਿੰਦਗੀ ਬਣਾਉਂਦਾ ਰਹਿ ਜਾਂਦਾ, ਜਦੋਂ ਸੁੱਖ ਦਾ ਸਮਾਂ ਆਉਂਦਾ ਤੇ ਬੰਦਾ ਚਲਾ ਜਾਂਦਾ। ਨਾ ਅੱਗੇ ਆਵਣਾ ਨਾ ਅੱਗੇ ਜਾਣਾ, ਜਿਵੇਂ ਆਇਆ ਸੀ ਉਵੇਂ ਚਲਾ ਗਿਆ, ਖਾਲੀ ਹੱਥੀ ਚਲਾ ਗਿਆ। ਤੇ ਸਤਿਗੁਰੂ ਜੀ ਸਮਝਾਉਂਦੇ ਪਏ ਨੇ, ਕਹਿੰਦੇ ਭਲਿਆ ਜਿੱਥੇ ਲਹੂ ਲਸ਼ਕਰ ਦੇ ਉੱਪਰ ਆਸ ਹੈ ਤੇ ਉੱਥੇ ਤੂੰ ਮਨੁੱਖਾਂ ਦੇ ਉੱਪਰ ਵੀ ਆਸ ਰੱਖੀ ਹੋਈ ਹੈ ਵੀ ਚਲੋ ਇਹ ਨਹੀਂ ਮੇਰਾ ਸਾਥ ਆ ਨਿਭਾ ਦੇਗਾ ਜੀ, ਆ ਨਹੀਂ ਤਾਂ ਮੇਰਾ ਆ ਨਿਭਾ ਦੇਗਾ। ਆਸ ਹੁੰਦੀ ਆਪਣੀ ਪਤਨੀ ਤੇ, ਆਸ ਹੁੰਦੀ ਹੈ ਆਪਣੇ ਪਤੀ ਤੇ, ਆਸ ਹੁੰਦੀ ਹੈ ਜਿਹੜੀ ਆਪਣੇ ਬੱਚਿਆਂ ਦੇ ਉੱਪਰ, ਆਸ ਹੁੰਦੀ ਹੈ ਆਪਣੇ ਸਾਕ ਸੰਬੰਧੀਆਂ ਦੇ ਉੱਪਰ, ਆਸ ਹੁੰਦੀ ਹੈ ਆਪਣੇ ਦੋਸਤਾਂ ਮਿੱਤਰਾਂ ਦੇ ਉੱਪਰ। ਆਸ ਲਾਉਂਦਾ ਨਾ, ਇੱਕ ਟੇਕ ਲਾ ਕੇ ਰੱਖਦਾ ਵੀ ਮੇਰਾ ਆ ਨਹੀਂ ਕੰਮ ਕਰੇਗਾ ਤਾਂ ਮੇਰਾ ਆ ਕਰ ਦੇਗਾ। ਸੰਬੰਧ ਜੋੜਦਾ ਹੈ। ਸੱਚ ਜਾਣੋ ਮਨੁੱਖ ਜਿਹੜਾ ਨਾ ਆਪ ਤੋਂ ਵੱਡੇ ਨਾਲ ਸੰਬੰਧ ਜੋੜਦਾ ਹੈ। ਕਿਉਂ? ਕਿਉਂਕਿ ਆਸ ਹੁੰਦੀ ਹੈ ਨਾ ਇੱਕ ਟੇਕ ਰੱਖ ਕੇ। ਕੋਈ ਵੀ ਗਰੀਬ ਦੇ ਨਾਲ ਰਿਸ਼ਤਾ ਜੋੜਨ ਲਈ ਤਿਆਰ ਨਹੀਂ ਹੈ ਅੱਜ ਦੇ ਸਮੇਂ 'ਚ। ਮੈਂ ਪਹਿਲਾਂ ਸਮੇਂ ਦੀ ਗੱਲ ਨਹੀਂ ਕਰਦਾ, ਮੈਂ ਅੱਜ ਦੇ ਸਮੇਂ ਦੀ ਗੱਲ ਕਰ ਰਿਹਾ। ਪਰ ਗੁਰੂ ਸਾਹਿਬ ਜੀ ਨੇ ਇਹਨਾਂ ਰੀਤਾਂ ਨੂੰ ਤੋੜਿਆ, ਇਹਨਾਂ ਮਰਜ਼ਾਦਾ ਨੂੰ ਤੋੜਿਆ, ਜਾਤ ਪਾਤ ਨੂੰ ਤੋੜਿਆ, ਗੋਤ ਨੂੰ ਤੋੜਿਆ ਤੇ ਅਮੀਰੀ ਨੂੰ ਤੋੜਿਆ। ਤਿੰਨੇ ਚਾਰੇ ਚੀਜ਼ਾਂ ਨੂੰ ਤੋੜ ਕੇ ਰੱਖਿਆ। ਮੈਂ ਇਤਿਹਾਸ ਦੇ ਵਿੱਚੋਂ ਬਾਤ ਸਾਂਝੀ ਕਰਦਾ। ਕਹਿਣ ਤੋਂ ਮੁਰਾਦ ਹੈ ਕਿ ਮਨੁੱਖ ਜਿਹੜਾ ਜਦੋਂ ਵੀ ਉਹ ਰਿਸ਼ਤਾ ਕਰਨ ਜਾਏਗਾ ਨਾ ਤਾਂ ਇਹ ਸੋਚੇਗਾ ਵੀ ਮੇਰੇ ਤੋਂ ਵੱਡਾ ਕਿੰਨਾ, ਕਿੰਨੇ ਕੁ ਪੈਸਿਆਂ ਵਾਲਾ, ਜ਼ਮੀਨ ਕਿੰਨੀ ਕੁ ਹੈ, ਕਾਰੋਬਾਰ ਕੀ ਹੈ, ਕਿੰਨੇ ਪਲਾਟ ਨੇ ਇਹਦੇ ਕੋਲ, ਕਿੰਨਾ ਘਰ-ਬਾਰ ਹੈ। ਤੇ ਮੈਂ ਕਦੇ ਕਦੇ ਸੋਚਦਾ ਹੁੰਦਾ ਵੀ ਉਹ ਭਲਿਆ ਤੂੰ ਮੁੰਡੇ ਨੂੰ ਰਿਸ਼ਤਾ ਕਰਨ ਚੱਲਿਆ ਕਿ ਜਾਇਦਾਦ ਨੂੰ ਕਰਨ ਚੱਲਿਆ? ਰਿਸ਼ਤਾ ਕਿਹਨੂੰ ਕਰਨ ਚੱਲਿਆ? ਹੁੰਦੇ ਜੀ ਫਿਰ ਦੇਖਣਾ ਪੈਂਦਾ ਹੈ ਵੀ ਕੁੜੀ ਸੌਖੀ ਵਾ ਜਾਂਦੀ ਹੈ, ਜੇ ਜ਼ਮੀਨ ਜਾਇਦਾਦ ਹੋਵੇ ਸਾਰਾ ਕੁਝ ਦੇਖਣਾ ਪੈਂਦਾ। ਮੁੰਡਾ ਬੇਸ਼ੱਕ ਨੇ ਸਹੀ ਹੋਵੇ, ਦਿਨ ਰਾਤ ਸ਼ਰਾਬਾਂ ਪੀਂਦਾ ਹੋਵੇ, ਸਮੈਕ ਪੀਂਦਾ ਹੋਵੇ, ਚਿੱਟਾ ਖਾਂਦਾ ਹੋਵੇ, ਉਹ ਨਹੀਂ ਵੇਖਣਾ। ਜਿਸ ਤਰ੍ਹਾਂ ਦਾ ਮਰਜ਼ੀ ਹੋਵੇ, ਬੈਲਪੁਣੇ ਕਰਦਾ ਹੋਵੇ, ਮੁੰਡਾ ਬੇਸ਼ੱਕ ਦੀ ਜੂਆਬਾਜੀ ਕਰਦਾ ਹੋਵੇ, ਅਸੀਂ ਉਹ ਨਹੀਂ ਵੇਖਣਾ। ਅਸੀਂ ਵੇਖਣਾ ਕੀ ਹੈ ਕਿ ਆਹ ਧਨ ਦੌਲਤ ਕਿੰਨੀ ਕਿਹਦੇ ਕੋਲ ਹੈ, ਪ੍ਰਾਪਰਟੀ ਕਿੰਨੀ ਕਿਹਦੇ ਕੋਲ ਹੈ। ਕਿਉਂਕਿ ਰਿਸ਼ਤਾ ਜੋੜਨਾ ਭਾਈ, ਕਿਉਂ? ਕਿਉਂਕਿ ਆਉਣ ਵਾਲੇ ਸਮੇਂ 'ਚ ਕਿਤੇ ਲੋੜ ਪੈ ਗਈ ਤਾਂ ਮਦਦ ਹੀ ਕਰ ਦੇਗਾ। ਆਪਣੇ ਲੋਭ ਕੋ ਕੀਨੋ ਮੀਤ, ਮਿੱਤਰਤਾ ਬਣਾਉਂਦਾ, ਰਿਸ਼ਤੇਦਾਰੀ ਬਣਾਉਂਦਾ ਆਪਣੇ ਲੋਭ ਕਰਕੇ, ਲਾਲਚ ਕਰਕੇ। ਉਦਾਂ ਕੋਈ ਨਹੀਂ, ਸੰਬੰਧ ਜੋੜਦਾ ਪਿਆ। ਕਿਤੇ ਲਸ਼ਕਰ ਦੇ ਉੱਪਰ ਆਸ ਰੱਖੀ। ਸਤਿਗੁਰੂ ਜੀ ਕਹਿੰਦੇ ਮਨੁੱਖ ਉੱਪਰ ਕਰੇ ਆਸ, ਮਨੁੱਖ ਦੇ ਉੱਪਰ ਵੀ ਆਸ ਰੱਖ ਲੇਗਾ। ਹਾਂ ਅੱਗੇ ਟੇਕ ਹੋ ਰੱਖਦਾ ਪਿਆ। ਪਰ ਸੱਚ ਜਾਣੋ ਗੁਰੂ ਸਵਾਰਿਓ, ਇੱਕ ਵਾਰ ਕੀ ਹੋਇਆ, ਗੁਰੂ ਅਮਰਦਾਸ ਜੀ ਬੈਠੇ ਹੈ ਗੋਂਦਵਾਲ ਸਾਹਿਬ ਦੀ ਧਰਤੀ ਦੇ ਉੱਪਰ। ਸਤਿਗੁਰੂ ਜੀ ਦੇ ਮਹਿਲ ਉਹਨਾਂ ਦੀ ਪਤਨੀ ਗੁਰੂ ਸਾਹਿਬ ਜੀ ਕੋਲ ਆਈ, ਆ ਕੇ ਕਹਿਣ ਲੱਗੀ ਪਤੀ ਦੇ ਆਪਣੀ ਲੜਕੀ ਵੱਡੀ ਹੋ ਗਈ ਹੈ, ਭਾਨੀ ਜੀ, ਬੀਬੀ ਭਾਨੀ ਨਾਮ ਬਾਅਦ ਚ ਪੈਂਦਾ ਵੀ ਭਾਨੀ ਨਾਮ ਹੈ, ਉਹਨਾਂ ਵਾਸਤੇ ਕੋਈ ਬਾਰ ਵੇਖੀ, ਆਪਾਂ ਰਿਸ਼ਤਾ ਕਰਨਾ। ਗੁਰੂ ਸਾਹਿਬ ਜੀ ਬੈਠੇ ਆਨੰਦ ਚ ਬੈਠੇ ਨੇ। ਸਹਿਜੇ ਸੁਭਾਅ ਗੁਰੂ ਸਾਹਿਬ ਜੀ ਕਹਿ ਲੱਗੇ ਵੀ ਆਪਾਂ ਜਿਵੇਂ ਕਹਿੰਦੇ ਵੀ ਕਿਸ ਤਰ੍ਹਾਂ ਦਾ ਚਾਹੀਦਾ ਹੈ, ਕਹੋ ਜਾ ਹੋਵੇ, ਕਹਿ ਦਿੰਦੇ ਆ ਨਾ ਆਪਾਂ। ਜੇ ਕੋਈ ਵਿਚੋਲੇ ਨੇ ਰਿਸ਼ਤਾ ਕਰਾਉਣਾ ਹੋਵੇ ਤਾਂ ਪਹਿਲਾਂ ਕਹਿੰਦੇ ਭਾਈ ਕਿਸ ਤਰ੍ਹਾਂ ਦਾ ਹੋਵੇ, ਆਪਾਂ ਫਿਰ ਉਹ ਦੱਸਦੇ ਵੀ ਆਹ ਮੰਗਾ ਹੋਣ, ਇਸ ਤਰ੍ਹਾਂ ਦਾ ਹੋਵੇ, ਇੰਨੀ ਜ਼ਮੀਨ ਹੋਵੇ, ਆਹ ਹੋਵੇ, ਫਲਾਨਾ ਹੋਵੇ।
ਦੇਖੋ ਗੁਰੂ ਸਾਹਿਬ ਜੀ ਵੀ ਤੇ ਗੁਰੂ ਸਾਹਿਬ ਜੀ ਦੇ ਮਹਿਲ, ਉਹਨਾਂ ਦੀ ਪਤਨੀ, ਦੋਨਾਂ ਦੀ ਥਿੰਕਿੰਗ ਸੋਚ ਇੱਕੋ ਹੀ ਹੈ। ਉਹਨਾਂ ਨੇ ਵੀ ਸਾਹਮਣੇ ਫਿਰਦੇ ਸੀ ਭਾਈ ਜੇਠਾ ਜੀ ਸੇਵਾ ਕਰਦੇ। ਗੁਰੂ ਸਾਹਿਬ ਜੀ ਕਹਿੰਦੇ ਵੀ ਕਿਸ ਤਰ੍ਹਾਂ ਦਾ ਰਿਸ਼ਤਾ ਹੋਵੇ? ਕਹਿੰਦੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਬਸ ਆ ਜੇਠੇ ਵਰਗਾ ਹੋਵੇ, ਸੋਹਣਾ ਸੁਨੱਖਾ ਜੇਠੇ ਵਰਗਾ ਹੋਵੇ। ਗੁਰੂ ਸਾਹਿਬ ਜੀ ਕਹਿੰਦੇ ਫਿਰ ਜੇਠੇ ਵਰਗਾ ਹੋ, ਫਿਰ ਉਹ ਜੇਠਾ ਕਿਉਂ ਨਹੀਂ ਹੋ ਸਕਦਾ? ਜੀ ਜੇਠੇ ਵਰਗਾ ਹੋਵੇ ਫਿਰ ਉਹ ਜੇਠਾ ਹੀ ਹੈ, ਕੋਈ ਹੋਰ ਨਹੀਂ ਹੋ ਸਕਦਾ। ਜੇ ਭਾਈ ਹਰੀ ਸਿੰਘ ਨਲੂ ਨੇ ਕਿਹਾ ਸੀ ਹਰੀ ਸਿੰਘ ਨਲੂ ਹਰੀ ਸਿੰਘ ਹੀ ਹੈ, ਕੋਈ ਹੋਰ ਨਹੀਂ ਹੋ ਸਕਦਾ ਬੀਬੀ, ਤੇ ਮੈਨੂੰ ਹੀ ਆਪਣਾ ਪੁੱਤਰ ਬਣਾ ਲੈ। ਇੱਥੇ ਵੀ ਕਹਿ ਲੱਗੇ ਇਹ ਜੇਠੇ ਵਰਗਾ, ਉਹ ਕੱਲਾ ਜੇਠਾ ਹੀ ਹੈ। ਕਹਿੰਦੀ ਫਿਰ ਠੀਕ ਹੈ ਜੀ। ਬੁਰੋ ਨਹੀਂ ਕਿਹਾ ਵੀ ਉਹ ਕਿਵੇਂ, ਉਹ ਚਾਹੁੰਦਾ ਤਾਂ ਸੇਵਾ ਕਰਦਾ, ਨਾ ਇਹਦਾ ਪਿਓ ਆ ਨਾ ਇਹਦੀ ਮਾਂ, ਉਹ ਤਾਂ ਉਹਦੇ ਨਾਨਕੇ ਪਿੰਡ ਦਾ ਘਰ-ਬਾਰ ਕੋਈ ਨਹੀਂ ਹੈ, ਚਾਚੇ ਤਾਂ ਇਹਦੇ ਨਹੀਂ ਸਿਆਣਦੇ ਇਹਨੂੰ, ਇਹ ਤਾਂ ਨਾਥ ਹੈ। ਇਹ ਨਹੀਂ ਕਿਹਾ, ਇਹ ਨਹੀਂ ਕਿਹਾ ਵੀ ਇਹ ਤਾਂ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦਾ ਸੀ। ਬੀਬੀ ਜੀ ਕਹਿਣ ਲੱਗੀ ਸੱਤ ਵਚਨ ਜੀ ਸੱਚ ਜਾਣਿਓ। ਹੁਣ ਇਧਰੋਂ ਇਸ ਗੁਰੂ ਅਮਰਦਾਸ ਜੀ ਭੱਲਿਆਂ ਦੇ ਵਿੱਚੋਂ ਨੇ, ਤੇ ਭਾਈ ਜੇਠਾ ਜੀ ਜਿਹੜੇ ਹੈਗੇ ਉਹ ਸੋਢੀਆਂ ਦੇ ਵਿੱਚੋਂ ਨੇ। ਅਗਲੀ ਗੱਲ, ਇੱਥੇ ਇਹ ਨਹੀਂ ਵੇਖਿਆ ਵੀ ਮਾਂ-ਬਾਪ ਹੈ ਜਾਂ ਨਾ ਹੈ, ਇੱਥੇ ਇਹ ਵੀ ਨਹੀਂ ਵੇਖਿਆ ਵੀ ਜ਼ਮੀਨ ਜਾਇਦਾਦ ਹੈ ਜਾਂ ਨਾ ਹੈ। ਸੱਚ ਜਾਣਿਓ ਬੀਬੀ ਭਾਨੀ ਜੀ ਦਾ ਕੋਈ ਨਾ ਕੋਈ ਜਾਤ ਪਾਤ, ਨਾ ਕੋਈ ਗੋਤ, ਨਾ ਕੋਈ ਜ਼ਮੀਨ ਜਾਇਦਾਦ ਦੇਖੀ, ਤੇ ਬੀਬੀ ਭਾਨੀ ਦਾ ਰਿਸ਼ਤਾ ਭਾਈ ਜੇਠਾ ਜੀ ਨੂੰ ਕਰ ਦਿੱਤਾ। ਭਾਈ ਜੇਠੇ ਜੀ ਨੂੰ ਰਿਸ਼ਤਾ ਕਰਿਆ, ਜ਼ਮੀਨ ਜਾਇਦਾਦ ਨੂੰ ਨਹੀਂ ਕਰਿਆ, ਕਿਉਂਕਿ ਭਾਈ ਜੇਠਾ ਜੀ ਇੱਕ ਕਿਰਤੀ ਸੀਗੇ। ਭਾਈ ਜੇਠਾ ਜੀ ਇਮਾਨਦਾਰ ਸੀ, ਭਾਈ ਜੇਠਾ ਜੀ ਸੇਵਾ ਕਰਨ ਵਾਲੇ ਸੀ, ਭਾਈ ਜੇਠਾ ਜੀ ਨਾਮ ਬਾਣੀ ਬੰਦਗੀ ਵਾਲੇ ਸੀਗੇ, ਤੇ ਧੰਨ ਸਹਿ ਸ੍ਰੀ ਗੁਰੂ ਰਾਮਦਾਸ ਜੀ ਬਣੇ, ਗੁਰਗੱਦੀ ਦੇ ਵਾਰਸ ਬਣੇ। ਇਸੇ ਐਵੇਂ ਨਹੀਂ ਫਿਰ ਭੱਲਿਆਂ ਨੇ ਕਿਹਾ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਨ ਬਾਰੋ ਬਾਰੀ, ਐਵੇਂ ਨਹੀਂ ਕਿਹਾ। ਸੋ ਕਹਿਣ ਤੋਂ ਮੁਰਾਦ ਹੈ ਕਿ ਅੱਜ ਸੰਬੰਧ ਸਾਡੇ ਜਿਹੜੇ ਹੈਗੇ ਉਹ ਰਿਸ਼ਤੇ ਨਾਤੇ ਜਿਹੜੇ ਅਸੀਂ ਵੇਖਦੇ ਆ ਵੀ ਆਪ ਤੋਂ ਵੱਡਾ ਹੋਏ। ਪਰ ਸਤਿਗੁਰੂ ਜੀ ਇੱਥੇ ਸਮਝਾਉਂਦੇ ਪਏ ਨੇ, ਕਹਿੰਦੇ ਭਾਈ ਜਿਹੜੀਆਂ ਆਸਾਂ ਤੋਂ ਮਨੁੱਖ ਤੇ ਰੱਖੀਆਂ ਨਾ, ਯਾਦ ਰੱਖੀਏ ਆਸਾਂ ਕਿਸੇ ਕੰਮ ਦੀ ਨਹੀਂ, ਕਿਉਂਕਿ ਅਗਲੇ ਪਲ ਦੇ ਵਿੱਚ ਸਤਿਗੁਰੂ ਜੀ ਇਸ ਬੰਦੀ ਦੇ ਵਿੱਚ ਸਮਝਾਉਂਦੇ ਪਏ ਨੇ। ਪਲ ਭੀਤਰ ਤਾਂ ਕਾ ਹੋਏ ਵਿਨਾਸ਼। ਪਲ ਕਿੰਨਾ ਕੁ ਹੁੰਦਾ ਜੀ? ਅੱਖ ਦਾ ਫਰਨਾ ਹੀ ਹੁੰਦਾ ਇੱਕ ਪਲ ਜਿੰਨਾ। ਪਲ ਭੀਤਰ ਤਾਂਕਾ ਹੋਏ ਵਿਨਾਸ਼, ਕਹਿੰਦੇ ਇੰਨਾ ਸਮਾਂ ਹੀ ਲੱਗਣਾ ਖਤਮ ਹੋਣ ਨੂੰ। ਸਾਰੇ ਰਿਸ਼ਤੇ ਨਾਸਤੇ ਤੈਸ ਹੋ ਜਾਂਦੇ, ਖਤਮ ਹੋ ਜਾਂਦੇ। ਜਿਨ੍ਹਾਂ ਤੇ ਆਸ ਲੱਗੀ ਹੁੰਦੀ ਹੈ ਨਾ, ਪਤੀ ਨੂੰ ਪਤਨੀ ਤੇ ਆਸ ਹੈ, ਪਤਨੀ ਨੂੰ ਪਤੀ ਤੇ ਆਸ ਹੈ। ਪਤੀ ਚੜ੍ਹਾਈ ਕਰ ਜਾਵੇ ਪਤਨੀ ਦੀਆਂ ਆਸਾਂ ਤੇ ਪਾਣੀ ਫਿਰ ਜਾਂਦਾ, ਪਤਨੀ ਚੜ੍ਹਾਈ ਕਰ ਜਾਵੇ ਪਤੀ ਦੀਆਂ ਆਸਾਂ ਤੇ ਪਾਣੀ ਫਿਰ ਜਾਂਦਾ। ਪੁੱਤ ਚੜ੍ਹਾਈ ਕਰ ਜੇ, ਪੁੱਤ ਤੇ ਆਸ ਹੁੰਦੀ ਆ ਵੱਡਾ ਹੋਏਗਾ ਮੈਨੂੰ ਸੁੱਖ ਮਿਲੇਗਾ, ਪੁੱਤ ਚੜ੍ਹਾਈ ਕਰਦੇ ਮਾਂ ਬਾਪ ਦੀਆਂ ਪਾਣੀਆਂ ਤੇ ਆਸਾਂ ਪਾਣੀ ਫਿਰ ਜਾਂਦਾ। ਸਾਕ ਸੰਬੰਧੀ ਜਿਨ੍ਹਾਂ ਦੇ ਉੱਪਰ ਆਸ ਰੱਖੀ, ਜਿਨ੍ਹਾਂ ਤੇ ਵੀ ਟੇਕ ਰੱਖੀ, ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਤੇ ਆਸਰਾ ਰੱਖਦਾ ਪਿਆ, ਜਿਨ੍ਹਾਂ ਤੇ ਟੇਕ ਰੱਖਦਾ ਪਿਆ, ਉਹ ਭਲਿਆ ਸੱਚ ਜਾਣੀ ਇੱਕ ਪਲ ਜਣਾ ਸਮਾਂ ਨਹੀਂ ਲੱਗਣਾ। ਪਲ ਭੀਤਰ ਟਾਂਕਾ ਹੋਏ ਵਿਨਾਸ਼, ਖਤਮ ਹੋ ਜਾਣਾ। ਫਿਰ ਆਸ ਕਾਤੇ ਰੱਖਣੀ ਚਾਹੀਦੀ ਹੈ? ਇਹ ਵੀ ਸੁਖਮਨੀ ਸਾਹਿਬ ਜੀ ਗੁਰੂ ਸਾਹਿਬ ਜੀ ਸਮਝਾਉਂਦੇ ਨੇ। ਮਾਂ ਡੋਕੀ ਟੇਕ ਵਿਰਥੀ ਜਾਣ, ਦੇਵਨ ਕੋ ਇੱਕ ਹੈ ਭਗਵਾਨ। ਆਸ ਰੱਖਣੀ ਹੈ ਤਾਂ ਇੱਕ ਭਗਵਾਨ ਤੇ ਰੱਖ, ਟੇਕ ਰੱਖਣੀ ਹੈ ਇੱਕ ਪ੍ਰਭੂ ਤੇ ਰੱਖ। ਕਿਸੇ ਮਨੁੱਖ ਤੇ ਟੇਕ ਨਹੀਂ ਰੱਖੀ ਦੀ, ਕਿਸੇ ਤੇ ਆਸ ਨਹੀਂ ਰੱਖਣੀ ਚਾਹੀਦੀ, ਕਿਉਂਕਿ ਇਹ ਸਮਾਂ ਨਹੀਂ ਲੱਗਦਾ ਕਦੋਂ ਇਸ ਦੇ ਨਾਤੇ ਤੈਅ ਹੋ ਜਾਂਦੇ, ਕਦੋਂ ਖਤਮ ਹੋ ਜਾਣਾ ਹੈ, ਬਹੁਤਾ ਸਮਾਂ ਨਹੀਂ ਲੱਗਦਾ। ਇੱਕ ਸਿੰਨ ਮਾਤਰ ਦੇ ਵਿੱਚ ਹੀ ਸਤਿਗੁਰੂ ਜੀ ਕਹਿੰਦੇ ਭਾਈ ਨਾਸ ਹੋ ਜਾਂਦਾ ਹੈ। ਸਭ ਤੇ ਆਪ ਜਾਣੈ ਬਲਵੰਤ। ਕਹਿੰਦੇ ਇੱਥੇ ਬਸ ਨਹੀਂ, ਹਜੇ ਹੰਕਾਰ ਦਾ ਕੋਈ ਸੀਮਾ ਨਹੀਂ ਹੁੰਦੀ ਗੁਰੂ ਸਵਾਰਿਓ। ਹੰਕਾਰ ਦੀ ਸੀਮਾ ਕੀ ਹੈ? ਵੀ ਮੇਰੇ ਵਰਗਾ ਕੋਈ ਬਲਵਾਨ ਨਹੀਂ ਹੈ, ਤਾਕਤਵਰ ਨਹੀਂ ਹੈ। ਸਭ ਤੇ ਆਪ ਜਾਣੈ ਬਲਵੰਤ, ਸਾਰਿਆਂ ਤੋਂ ਉੱਪਰ, ਵੀ ਮੈਂ ਤਾਂ ਸਾਰਿਆਂ ਤੋਂ ਉੱਤੇ ਹਾਂ, ਮੇਰੇ ਵਰਗਾ ਕੌਣ ਹੋ ਸਕਦਾ? ਹਰ ਇੱਕ ਬੰਦਾ ਆਪਣੇ ਆਪ ਨੂੰ ਕਹਿ ਰਹੇ ਆ। ਆਪਾਂ ਜਿੰਨੇ ਬੈਠੇ ਆ, ਆਪਾਂ ਕਿਹਾ ਕਿਤੇ ਵੀ ਭਾਈ ਮੇਰੇ ਤੋਂ ਵੀ ਤਕੜਾ ਬੈਠਾ ਕੋਈ ਨਾ, ਆਪਾਂ ਕਹਾਂਗੇ ਲੈ ਮੈਂ ਘਾਟਾਂ ਕਿਸੇ ਨਾਲੋਂ, ਜ਼ਮੀਨ ਜਾਇਦਾਦ ਮੇਰੇ ਕੋਲੇ ਆ, ਪੈਸੇ ਮੇਰੇ ਕੋਲੇ, ਚੰਗੀ ਸੋਹਣੀ ਕਾਰ ਮੇਰੇ ਕੋਲੇ ਹੈਗੀ ਹੈ, ਘਰ-ਬਾਰ ਮੇਰੇ ਕੋਲ ਹੈਗਾ, ਮੈਂ ਥੋੜੀ ਘਾਟਾਂ ਕਿਸੇ ਨਾਲੋਂ, ਗਿਆਨਵਾਨ ਮੈਂ ਹੈਗਾ। ਹਾਂ, ਅਸੀਂ ਦੂਜੇ ਨੂੰ ਮਾੜਾ ਕਹਿੰਦੇ ਪਏ ਆ ਵੀ ਨਹੀਂ ਉਹ ਮਾੜਾ ਹੈ, ਮੈਂ ਨਹੀਂ ਮਾੜਾ। ਤੇ ਗੁਰੂ ਸਾਹਿਬ ਜੀ ਕਹਿੰਦੇ ਆ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਗੁਰੂ ਸਾਹਿਬ ਜੀ ਕਹਿੰਦੇ ਤੂੰ ਆਪਣੇ ਆਪ ਨੂੰ ਨਾ ਜਨਾ,
ਆਪਣੇ ਆਪ ਨੂੰ ਤਾਂ ਨੀਵਾਂ ਕਰ। ਇੱਥੇ ਗੁਰੂ ਸਾਹਿਬ ਜੀ ਕਹਿੰਦੇ ਪੈਨੇ, ਕਹਿੰਦੇ ਭਲਿਆ ਤੂੰ ਆਹ ਗੱਲ ਦਾ ਵੀ ਹੰਕਾਰ ਕਰਦਾ ਪਿਆ ਵੀ ਮੇਰੇ ਵਰਗਾ ਕੋਈ ਨਹੀਂ, ਸਭ ਤੇ ਆਪ ਜਾਣੈ ਬਲਵੰਤ, ਸਾਰਿਆਂ ਤੋਂ ਉੱਪਰ ਆਪਣੇ ਆਪ ਨੂੰ ਬਲਵੰਤ ਜਾਣਦਾ ਪਿਆ, ਭਾਵ ਕਿ ਵੱਡਾ ਤੇ ਤਾਕਤਵਰ ਸਮਝ ਰਿਹਾ ਹੈ। ਖਿਨ ਮਹਿ ਹੋਏ ਜਾਏ ਭਸਮੰਤ। ਪਹਿਲਾਂ ਪਲ ਦੀ ਗੱਲ ਕਰਦੀ, ਹੁਣ ਖਿੰਨ ਦੀ ਗੱਲ ਕਰਦੀ। ਕਹਿੰਦੇ ਖਿੰਨ ਮਾਤਰ ਦੇ ਵਿੱਚ ਭਸਮੰਤ ਹੋ ਜਾਂਦਾ, ਭਸਮ ਹੋ ਜਾਂਦਾ ਹੈ। ਜਿਹੜੀ ਤਾਕਤ ਕਹਿੰਦਾ ਪਿਆ ਸੀ ਨਾ ਵੀ ਮੈਂ ਤਾਕਤਵਰ ਹਾਂ, ਭਸਮ ਹੋ ਗਿਆ। ਇਹ ਵੀ ਇਤਿਹਾਸ ਚੋਂ ਸਾਂਝਾ ਕਰਦੇ ਹਨ। ਉਹ ਤੱਕ ਕੋਈ ਸਮਾਂ ਆਪਣਾ ਹੁੰਦਾ ਜਾ ਰਿਹਾ। ਗੁਰੂ ਸਵਾਰੋ ਜਦੋਂ ਭਾਈ ਵਿਧੀਆ ਜੀ ਹੋਏ ਨੇ ਇੱਕ, ਤੇ ਜਿਹੜੇ ਪਹਿਲਾਂ ਚੋਰੀ ਵੀ ਕਰਦੇ ਰਹੇ, ਚੋਰੀ ਦੇ ਵਿੱਚ ਮਾਹਰ ਸੀਗੇ, ਗੁਰੂ ਅਰਜਨ ਦੇਵ ਜੀ ਦੀ ਸਤਸੰਗਤ ਕੀਤੀ, ਚਲੋ ਗੁਰਸਿੱਖ ਬਣ ਗਏ। ਹਰਗੋਬਿੰਦ ਸਾਹਿਬ ਜੀ ਦੇ ਬੜੇ ਨੇੜੇ ਹੋ ਗਏ, ਜਿਨ੍ਹਾਂ ਨੇ ਸ਼ਾਹਜਹਾਨ ਦੇ ਕੋਲ ਕਿਲੇ ਦੇ ਵਿੱਚੋਂ ਘੋੜੇ ਵੀ ਮਤਲਬ ਚੋਰੀ ਕਰਕੇ ਲੈ ਕੇ ਆਉਂਦੇ, ਭੇਸ ਬਦਲ ਕੇ। ਚਲੋ ਖੈਰ ਮੈਂ ਸਾਖੀ ਕਾਫੀ ਲੰਮੀ ਹੈ, ਮੈਂ ਸੰਖੇਪ ਗੱਲ ਕਰਾਂ ਵੀ ਗੁਰੂ ਦੀ ਕਿਰਪਾ ਹੋਈ। ਹੰਕਾਰ ਆਉਂਦਾ, ਦੇਖੋ ਗੁਰੂ ਸਹੁਰੋਂ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਕਦੋਂ ਹੰਕਾਰੀ ਬਣ ਜਾਂਦਾ। ਚੋਰ ਸੀਗਾ, ਚੋਰ ਤੋਂ ਭਾਈ ਵਿਧੀ ਹਾਂਜੀ ਬਣ ਗਏ ਹੈ, ਗੁਰੂ ਦੇ ਸਿੱਖ ਬਣ ਗਏ। ਗੁਰੂ ਦੀ ਕਿਰਪਾ ਹੋਈ, ਬਖਸ਼ਿਸ਼ ਹੋਈ, ਗੁਰੂ ਦੇ ਚਰਨਾਂ ਦੇ ਵਿੱਚ ਜੁੜ ਗਏ ਤੇ ਬਲਵਾਨ ਬੜੇ ਸੀਗੇ, ਤਾਕਤਵਰ ਬੜੇ ਸੀਗੇ। ਜੰਗ ਦੇ ਮੈਦਾਨ ਦੇ ਅੰਦਰ ਜਦੋਂ ਸ਼ਾਹਜਹਾਨ ਦੇ ਨਾਲ ਜੰਗ ਹੁੰਦੀ ਪਈ ਹੈ ਨਾ, ਤੇ ਸੱਚ ਜਾਣਿਓ ਤੇ ਉਦੋਂ ਬੈਰੀਆਂ ਦੇ ਡਖਰੇ ਕਰਦੇ ਨੇ ਤੇ ਇਕੱਲੇ ਮੈਦਾਨ ਦੇ ਵਿੱਚ ਕੁੜੀ ਦੇ ਤੁਰੇ ਫਿਰਦੇ ਆ। ਬਸ ਇਸੇ ਗੱਲ ਦਾ ਹੰਕਾਰ ਹੋ ਗਿਆ ਵੀ ਜੇ ਮੈਂ ਨਾ ਰਿਹਾ ਤੇ ਗੁਰੂ ਸਾਹਿਬ ਜੀ ਜੰਗ ਨਹੀਂ ਜਿੱਤ ਸਕਦੇ। ਫਿਰ ਥੋੜੇ ਜਿਹੇ ਬਲੇਮ ਲੱਗ ਗਏ ਸੀ, ਉਹ ਵੱਖਰਾ ਵਿਸ਼ਾ ਹੈਗਾ ਵੀ ਕਿਹੜੇ ਕਿਹੜੇ ਲੱਗੇ। ਕਿਸੇ ਕਾਰਨਾਂ ਕਰਕੇ, ਬਲੇਮਾਂ ਕਰਕੇ ਇਹ ਗੁਰੂ ਸਾਹਿਬ ਜੀ ਨੂੰ ਛੱਡ ਕੇ ਸ਼ਾਹਜਹਾਨ ਦੇ ਨਾਲ ਜਾ ਕਰਕੇ ਨੇ ਮਿੱਤਰਤਾ ਬਣਾ ਲਈ, ਉਹਨਾਂ ਦੇ ਨਾਲ ਦੋਸਤੀ ਬਣਾ ਲਈ। ਉਹਨੂੰ ਵੀ ਇਸ ਗੱਲ ਦਾ ਭੁਲੇਖਾ ਪੈ ਗਿਆ ਵੀ ਹੁਣ ਜਿਹੜਾ ਤਾਕਤਵਰ ਯੋਧਾ ਸੀ ਨਾ ਤੇ ਹੁਣ ਸਾਡੇ ਕੋਲ ਆ ਗਿਆ। ਇਹਨੇ ਵੀ ਉਹ ਮਤਲਬ ਕਿ ਸਾਰਿਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ, ਸਾਰਿਆਂ ਨੂੰ ਬੁਲਾਇਆ ਗਿਆ, ਇਕੱਠੇ ਕੀਤਾ ਗਿਆ। ਕਹਿਣ ਲੱਗਾ ਵੀ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਦੇ ਵਿੱਚ ਕੋਈ ਤਾਕਤਵਰ ਨਹੀਂ ਹੈ, ਬਸ ਮੈਂ ਹੀ ਤਾਕਤਵਰ ਸੀ ਜਿਹੜਾ ਸਾਰਿਆਂ ਨੂੰ ਮੈਂ ਸਿਖਾਉਂਦਾ ਸੀ। ਤੇ ਹੁਣ ਮੈਂ ਵੇਖਦਾ ਵੀ ਗੁਰੂ ਸਾਹਿਬ ਜੀ ਜੰਗ ਜਿੱਤ ਕੇ ਵਿਖਾਉਣ। ਆਪਣੇ ਆਪ ਨੂੰ ਹੰਕਾਰ ਦੇ ਵਿੱਚ ਲਿਆ ਤੇ ਮੇਰੇ ਸਤਿਗੁਰੂ ਜੀ ਫਿਰ ਹੰਕਾਰ ਢੈਲਾ ਕਰਨ ਵੀ ਜਾਣਦੇ ਆ ਨਾ। ਉਧਰੋਂ ਗੁਰੂ ਸਾਹਿਬ ਜੀ ਵੀ ਜਿਹੜੇ ਸੀਗੇ ਫਿਰ ਉਹ ਪੈਂਦੇ ਖਾਂ ਵਰਗੇ ਬੜੇ ਆਏ, ਜਿਨ੍ਹਾਂ ਦੇ ਹੰਕਾਰ ਨੂੰ ਤੋੜਿਆ ਅੰਗਨੇ ਮੈਦਾਨ ਦੇ ਅੰਦਰ। ਜਿਹੜਾ ਕਹਿੰਦਾ ਸੀ ਮੈਂ ਇੱਕ ਤੀਰ ਦੇ ਨਾਲ ਮੈਂ ਜਿੱਤ ਕਰ ਦੇਣਾ, ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਨਹੀਂ, ਬਾਹਰ ਏਦਾਂ ਨਹੀਂ ਐਂ ਕਰੀਦਾ, ਸਿਖਾ ਦਿੱਤਾ ਸੀਗਾ। ਹੰਕਾਰ ਤੋੜਿਆ, ਫਰਮ ਤੋੜਿਆ। ਵੱਡੇ ਵੱਡੇ ਹੰਕਾਰੀ ਜਿਹੜੇ ਹੈ ਗੁਰੂ ਸਾਹਿਬ ਜੀ ਕੋਲ, ਗੁਰੂ ਸਾਹਿਬ ਜੀ ਨੇ ਉਹਨਾਂ ਦਾ ਹੰਕਾਰ ਤੋੜਿਆ। ਇੱਥੇ ਵੀ ਭਾਈ ਬਿਧੀ ਚੰਦ ਜੀ ਬੜਾ ਹੰਕਾਰੀ ਹੋ ਕੇ ਜੰਗ ਦੇ ਮੈਦਾਨ ਦੇ ਵਿੱਚ ਜਾਂਦਾ ਹੈ, ਪਰ ਹਾਰ ਦਾ ਮੂੰਹ ਵੇਖਣਾ ਪੈਂਦਾ। ਗੁਰੂ ਸਾਹਿਬ ਨੇ ਸਿੱਕੇ ਛਡਾ ਦਿੰਦੇ ਆ। ਗੁਰਸਿੱਖ ਇਸ ਤਰ੍ਹਾਂ ਜੂਝਦੇ ਨੇ, ਬਲ ਵਿਖਾ ਦਿੰਦੇ ਆ। ਸੋ ਕਹਿਣ ਤੋਂ ਮੁਰਾਦ ਹੈ ਜਿਹੜਾ ਆਪਣੇ ਆਪ ਨੂੰ ਤਾਕਤਵਰ ਸਮਝਦਾ ਨਾ, ਖਿੰਨ ਮਾਤਰ ਦੇ 'ਚ ਭਸਮ ਕਰ ਦਿੰਦੇ। ਖਿੰਨ ਮਾਤਰ 'ਚ ਕਦੇ ਤਾਕਤ ਦਾ ਹੰਕਾਰ ਨਹੀਂ ਕਰਨਾ ਚਾਹੀਦਾ, ਵੱਡੇਪਨ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਗੁਰੂ ਸਾਹਿਬ ਜੀ ਕਹਿੰਦੇ ਪੈਨੇ ਸਭ ਤੇ ਆਪ ਜਾਣੈ ਬਲਵੰਤ। ਜਿਹੜਾ ਵੱਡਾ ਜਾਣਦਾ ਸੀ, ਖਿੰਨ ਮੈਂ ਹੋਏ ਜਾਏ ਭਸਮੰਤ, ਖਿੰਨ ਮਾਤਰ ਦੇ ਵਿੱਚ ਭਸਮ ਹੋ ਜਾਂਦਾ ਹੈ। ਕਿਸੈ ਨ ਬਦੈ ਆਪ ਅਹੰਕਾਰੀ। ਗੁਰੂ ਸਾਹਿਬ ਜੀ ਨਾਲ ਹੀ ਫਿਰ ਨੂੰ ਸਮਝਾਉਂਦੇ ਪੈਨੇ, ਕਹਿੰਦੇ ਕਿਸੇ ਨਾ ਬਦੈ ਆਪ ਹੰਕਾਰੀ। ਤੇ ਜਿਹੜਾ ਬੰਦਾ ਪਿਆ ਖਿੰਦਾ, ਮੰਨਦੇ ਨਹੀਂ ਵੀ ਮੈਂ ਹੰਕਾਰੀ ਹਾਂ, ਫਿਰ ਵੀ ਹੰਕਾਰ ਨੂੰ ਨਿਭਾਉਂਦਾ ਪਿਆ। ਪਰ ਜਿਹੜਾ ਇਸ ਤਰ੍ਹਾਂ ਦਾ ਹੰਕਾਰੀ ਹੈ ਨਾ ਮਨੁੱਖ, ਤੇ ਸਤਿਗੁਰੂ ਜੀ ਕਹਿੰਦੇ ਉਹ ਕਦੇ ਵੀ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੁੰਦਾ, ਕਿਉਂਕਿ ਅਗਲੇ ਮਨ ਦੇ ਅੰਦਰ ਗੁਰੂ ਸਾਹਿਬ ਜੀ ਇਸੇ ਗੱਲ ਨੂੰ ਸਪਸ਼ਟ ਕਰ ਰਹੇ ਨੇ। ਧਰਮ ਰਾਏ ਤਿਸ ਕਰੇ ਖੁਆਰੀ। ਗੱਲ ਸਪਸ਼ਟ ਕਰ ਦਿੱਤੀ ਵੀ ਜਦੋਂ ਗੁਰੂ ਦੀ ਕਚਹਿਰੀ ਦੇ ਵਿੱਚ ਪੇਸ਼ ਹੁੰਦਾ ਹੈ, ਧਰਮ ਰਾਜ, ਧਰਮ ਦੇ ਰਾਜ ਦੇ ਵਿੱਚ, ਗੁਰੂ ਦੀ ਕਚਹਿਰੀ ਦੇ ਵਿੱਚ ਜਦੋਂ ਕਹਿੰਦੇ ਭਾਈ ਇਸ ਤਰ੍ਹਾਂ ਦਾ ਹੰਕਾਰੀ ਕੋਈ ਪੇਸ਼ ਹੁੰਦਾ ਨਾ, ਉੱਥੇ ਉਹਨੂੰ ਖੁਆਰੀ ਦਾ ਮੂੰਹ ਵੇਖਣਾ ਪੈਂਦਾ, ਹਾਰ ਦਾ ਮੂੰਹ ਵੇਖਣਾ ਪੈਂਦਾ। ਆਪਣੇ ਕੀਤੇ ਤੇ ਹੋਏ ਤੇ ਉੱਪਰ ਨਾ ਉਹਨੂੰ ਪਛਤਾਵਾ ਕਰਨਾ ਪੈਂਦਾ, ਪਛਤਾਉਂਦਾ ਫਿਰ ਉਹ ਵਿਕਾਸ ਜੇ ਮੈਂ ਆ ਨਾ ਕਰਦਾ। ਥੋੜੀ ਜਿਹੀ ਬੇਨਤੀ ਕਰਦੇ ਆ। ਗੁਰੂ ਸਾਹਿਬ ਜਦੋਂ ਬਹੁਤ ਸਾਰੇ ਸ਼ਬਦ ਆਏ ਨੇ, ਵੈਸੇ ਆਪਣਾ ਸਮਾਂ ਹੋ ਚੁੱਕਾ, ਆਪਾਂ ਕੱਲ ਦੇ ਦੀਵਾਨ ਦੇ ਸਮਝਣ ਦਾ ਯਤਨ ਕਰਾਂਗੇ ਵੀ ਧਰਮ ਰਾਜ ਕੀ ਹੈ, ਕਿ ਬਹੁਤ ਸਾਰੇ ਸ਼ਬਦ
ਗੁਰਬਾਣੀ ਦੇ ਵਿੱਚ ਆਏ ਨੇਗੇ ਵੀ ਧਰਮ ਰਾਜਾ ਲੇਖਾ ਮੰਗਾ ਕਿਆ ਮੁਖ ਲੈ ਕੇ ਜਾਏਗਾ, ਹੈ ਨਾ। ਤੇ ਲੇਖਾ ਰੱਬ ਮਗੇਸੀਏ ਬੈਠਾ ਕੱਢ ਵਹੀ, ਬਹੁਤ ਸਾਰੇ ਸ਼ਬਦ ਜਿਹੜੇ ਹੈਗੇ ਉਹ ਗੁਰਬਾਣੀ ਦੇ ਵਿੱਚ ਆਏ ਨੇ ਧਰਮ ਰਾਜ ਦੇ ਪ੍ਰਤੀ। ਬਹੁਤ ਸਾਰੇ ਜਿਹੜੇ ਭੁਲੇਖੇ ਵੀ ਇਸ ਤਰ੍ਹਾਂ ਦੇ ਹੈ ਵੀ ਇੱਕ ਕਚਹਿਰੀ ਜਿਹੜੀ ਧਰਮ ਰਾਜ ਦੀ ਲੱਗਦੀ ਹੈ ਜਿੱਥੇ ਸਾਰੇ ਜਣੇ ਪੇਸ਼ ਕੀਤੇ ਜਾਂਦੇ ਨੇ ਤੇ ਫਿਰ ਉੱਥੇ ਗੁਰੂ ਫੈਸਲਾ ਜਿਹੜਾ ਗਾ ਉਹ ਸੁਣਾਇਆ ਜਾਂਦਾ ਵੀ ਭਾਈ ਤੂੰ ਆ ਮਾੜੇ ਕਰਮ ਕੀਤੇ ਹੈ, ਆ ਤੂੰ ਚੰਗੇ ਕੀਤੇ ਨੇ, ਤੇਰਾ ਪਲੜਾ ਜਿਹੜਾ ਗਾ ਮਾੜੇ ਕਰਮ ਵਾਲਾ ਭਾਰੀ ਹੈ ਵੀ ਚੱਲ ਤੂੰ ਨਰਕ ਕੁੰਡ ਦੇ ਵਿੱਚ। ਕਹਿੰਦੇ ਫਿਰ ਉਹਨੂੰ ਨਰਕਾਂ ਸੁੱਟਿਆ ਜਾਂਦਾ, ਜਿਹੜੇ ਚੰਗੇ ਹੁੰਦੇ ਨੇ ਫਿਰ ਉਹਨੂੰ ਕਹਿੰਦੇ ਸਵਰਗਾਂ ਚ ਲੈ ਜਾਂਦੇ ਆ। ਇਹਦਾ ਨਰਕ ਤੇ ਸੁਰਗ ਇਹ ਵੀ ਸਮਝਣ ਦਾ ਯਤਨ ਕਰਾਂਗੇ, ਨਰਕ ਕੀ ਹੈ ਤੇ ਸੁਰਗ ਕੀ ਹੈ, ਧਰਮ ਰਾਜ ਕੀ ਹੈ। ਗੁਰਬਾਣੀ ਦੇ ਅਨੁਸਾਰ ਥੋੜੀ ਜਿਹੀ ਇੰਪਰੈਸ਼ਨ ਮੈਂ ਆਪ ਨਾਲ ਸਾਂਝੀ ਕਰਦੇ ਹਾਂ। ਵਿਸ਼ਾ ਕਾਫੀ ਲੰਮਾ ਹੈ, ਕੱਲ ਦੇ ਦੀਵਾਨ 'ਚ ਕੋਸ਼ਿਸ਼ ਕਰਾਂਗੇ ਇਸ ਨੂੰ ਆਪਾਂ ਸਮਾਪਤੀ ਕਰੀਏ ਵਿਸ਼ੇ ਦੀ। ਧਰਮ ਪਲੱਸ ਰਾਜ। ਧਰਮ ਦੀ ਪਰਿਭਾਸ਼ਾ ਵੱਖਰੀ ਹੈ ਤੇ ਰਾਜ ਦੀ ਪਰਿਭਾਸ਼ਾ ਵੱਖਰੀ ਹੈ। ਧਰਮ ਰਾਜ ਕੋਈ ਕਿਸੇ ਦਾ ਨਾਮ ਨਹੀਂ ਹੈ, ਕੋਈ ਹਸਤੀ ਨਹੀਂ ਹੈ। ਧਰਮ ਰਾਜ ਜਿਹੜਾ ਸ਼ਬਦ ਵਰਤਿਆ ਗਿਆ ਤੇ ਉਹ ਧਰਮ ਰਾਜ ਸ਼ਬਦ ਅਕਾਲ ਪੁਰਖ ਲਈ ਹੀ ਵਰਤਿਆ ਗਿਆ, ਕਿਉਂਕਿ ਅਕਾਲ ਪੁਰਖ ਦਾ ਦੂਸਰਾ ਰੂਪ ਨਹੀਂ ਹੈ। ਅਕਾਲ ਪੁਰਖ ਦੇ ਨਾਮ ਅਨੇਕਾਂ ਨੇ, ਉਹਦੇ ਅਨੇਕਾਂ ਨਾਮ ਨੇ। ਉਹ ਨਾ ਕਿਸੇ ਰੂਪ ਦੇ ਵਿੱਚ ਹੈ, ਨਾ ਉਹ ਕਿਸੇ ਰੇਖ ਦੇ ਵਿੱਚ ਹੈ, ਨਾ ਕਿਸੇ ਉਹ ਰੰਗ ਦੇ ਵਿੱਚ ਹੈ। ਉਹ ਸਾਰਿਆਂ ਤੋਂ ਪਰੇ ਹੈ, ਉਹ ਇੱਕੋ ਹੀ ਹੈ, ਇਕੱਲਾ ਹੀ। ਉਹ ਜੱਜ ਵੀ ਆਪ ਹੀ ਹੈ, ਉਹ ਵਕੀਲ ਵੀ ਆਪ ਹੀ ਹੈ ਤੇ ਗਵਾਹ ਵੀ ਉਹ ਆਪ ਹੀ ਹੈ ਤੇ ਫੈਸਲਾ ਕਰਨ ਵਾਲਾ ਵੀ ਆਪ ਹੀ ਹੈ। ਇਹ ਆਪਾਂ ਸਮਝਣ ਦਾ ਯਤਨ ਕਰਾਂਗੇ। ਇਹ ਬਹੁਤੇ ਭੁਲੇਖੇ ਜਿਹੜੇ ਹੈਗੇ ਸਾਨੂੰ ਕਹਾਣੀਆਂ ਜਿਹੜੀਆਂ ਸੁਣਾਈਆਂ, ਤੇ ਮੈਂ ਇੱਕ ਗੱਲ ਫਿਰ ਕਹਿ ਦਿਆਂ ਵੀ ਕੋਈ ਗਲਤ ਨਹੀਂ ਹੈ। ਪਹਿਲਾਂ ਵੀ ਬੇਨਤੀਆਂ ਬਹੁਤ ਵਾਰੀ ਕੀਤੀਆਂ ਵੀ ਜਿਹੜੇ ਪਹਿਲਾਂ ਬਾਬੇ ਸਾਨੂੰ ਸਾਖੀਆਂ ਸੁਣਾਉਂਦੇ ਰਹੇ ਹੈ ਨਾ, ਧਾਰਨਾ 'ਚ ਕੀਰਤਨ ਕਰਦੇ ਰਹੇ, ਉਹ ਗਲਤ ਨਹੀਂ ਸੀਗੇ। ਅੱਜ ਦੇ ਪ੍ਰਚਾਰਕ ਪਤਾ ਕਿਉਂ ਕਹਿੰਦੇ ਜੀ ਹੁਣ ਤੱਕ ਉਹਨਾਂ ਪਖੰਡੀਆਂ ਨੇ ਗੁੰਮਰਾਹ ਕਰਤਾ ਸਿੱਖਾਂ ਨੂੰ, ਉਹ ਝੂਠੀਆਂ ਕਹਾਣੀਆਂ ਸੁਣਾ ਦਿੱਤੀਆਂ। ਨਹੀਂ ਨਹੀਂ ਨਹੀਂ, ਗਲਤ ਨਹੀਂ ਸੀ। ਉਹਦਾ ਕਾਰਨ ਸੀ ਉਸ ਸਮੇਂ ਦੇ ਵਿੱਚ ਉਹ ਚੀਜ਼ਾਂ ਦੀ ਜ਼ਰੂਰਤ ਸੀਗੀ। ਅੱਜ ਦੇ ਸਮੇਂ 'ਚ ਪੜ੍ਹੇ ਲਿਖੇ ਹਾਂ ਅਸੀਂ, ਸਵਾਲ ਖੜੇ ਹੁੰਦੇ ਆ, ਅੱਜ ਦੇ ਸਮੇਂ 'ਚ ਇਹਦੀ ਜ਼ਰੂਰਤ ਹੈ। ਉਸ ਸਮੇਂ 'ਚ ਉਹ ਗੱਲਾਂ ਸੁਣਾ ਕਰਕੇ ਉਹਨਾਂ ਨੇ ਸਿੱਖੀ ਦੇ ਨਾਲ ਜੋੜਿਆ। ਅੱਜ ਅਸੀਂ ਗੱਲਾਂ ਸੁਣਾ ਕਰਕੇ ਸਿੱਖੀ ਦੇ ਨਾਲ ਤੋੜਦੇ ਆ, ਮਾਫ ਕਰਿਓ, ਤੋੜਨਾ ਸ਼ੁਰੂ ਕੀਤਾ ਹੋਇਆ। ਜੋੜ ਦੀਆਂ ਗੱਲਾਂ ਦੂਰ ਦੀਆਂ ਰਹਿ ਗਈਆਂ, ਤੋੜਨਾ। ਜਿਹੜਾ ਮਾੜਾ ਮੋਟਾ ਅੱਲਾ ਪਾਠ ਕਰਦਾ ਸੀ, ਸਿਮਰਨ ਕਰਦਾ ਸੀ, ਉਹ ਵੀ ਹਟਾਤਾ ਸੀ ਤੋਤਾ ਰਟਣ ਕਹਿ ਕੇ ਵੀ ਉਹ ਤਾਂ ਤੋਤਾ ਰਟਣਾ ਲੈ, ਬਾਰ-ਬਾਰ ਥੋੜੀ ਬਾਣੀ ਪੜ੍ਹੀ ਦੀ ਹੁੰਦੀ ਉਹੀ ਤੁਸੀਂ ਅਰਥ ਕਰਿਆ ਕਰੋ। ਜਿਹੜਾ ਨਿਤਨੇਮ ਕਰਦਾ ਸੀ ਉਹ ਵੀ ਹਟਾਤੇ। ਅਸੀਂ ਤੋੜਿਆ ਜਾਂ ਜੋੜਿਆ? ਅਸੀਂ ਉਹਨਾਂ ਵੱਡ ਵਡੇਰਿਆਂ ਨੂੰ ਸਿਜਦਾ ਕਰਦੇ ਹਾਂ, ਉਹਨਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ ਜਿਨ੍ਹਾਂ ਨੇ ਖੰਡੇ ਕੀ ਪਹੁਲ ਅੰਮ੍ਰਿਤ ਛਕਾਤਾ। ਮੈਂ ਇੱਕ ਗੱਲ ਸਾਂਝੀ ਕਰਕੇ ਸਮਾਪਤੀ ਕਰ ਦੇਣੀ ਹੈ। ਤੁਸੀਂ ਸਾਰੇ ਬਜ਼ੁਰਗ ਬੈਠੇ ਹੋ, ਤੁਹਾਨੂੰ ਇਸ ਗੱਲ ਦਾ ਵੱਧ ਪਤਾ, ਕਿਉਂਕਿ ਮੈਂ ਤਾਂ ਬੱਚਾ ਹਜੇ ਨਹੀਂ, ਬਹੁਤੀ ਨੌਲੇਜ ਨਹੀਂ ਹੈ। ਸੰਤ ਬਾਬਾ ਅਤਰ ਸਿੰਘ ਜੀ, ਤੁਸੀਂ ਜਦੋਂ ਮਰਜ਼ੀ ਨੋਟ ਕਰ ਲਿਓ, ਸੰਤ ਬਾਬਾ ਅਤਰ ਸਿੰਘ ਜੀ ਨੇ ਜਿਨ੍ਹਾਂ ਨੂੰ ਵੀ ਅੰਮ੍ਰਿਤ ਛਕਾਇਆ, ਨੋਟ ਕਰਿਓ ਇੱਕ ਗੱਲ, ਜਿਸ ਘਰ ਦੇ ਵਿੱਚ ਜਿਸ ਪ੍ਰਾਣੀ ਨੇ ਸੰਤ ਬਾਬਾ ਅਤਰ ਸਿੰਘ ਜੀ ਤੋਂ ਅੰਮ੍ਰਿਤ ਛਕਿਆ, ਸੱਚ ਜਾਣੋ ਅੱਜ ਉਸ ਘਰ ਦੇ ਵਿੱਚ ਸਿੱਖੀ ਦਾ ਬੂਟਾ ਹਾਲ ਤੱਕ ਚੱਲਦਾ ਪਿਆ। ਸਿੱਖੀ ਖਤਮ ਨਹੀਂ ਹੋਈ ਉਸ ਘਰ ਦੇ ਵਿੱਚੋਂ, ਕਿਉਂਕਿ ਇਹ ਉਦਾਹਰਨ ਮੈਂ ਆਪ ਜੀ ਦੇ ਸਾਹਮਣੇ ਬੈਠਾ ਹੋਇਆ। ਮੇਰੇ ਜਿਹੜੇ ਪੜਦਾਦਾ ਜੀ ਸੀਗੇ ਉਹਨਾਂ ਨੇ ਅੰਮ੍ਰਿਤ ਜਿਹੜਾ ਸੀਗਾ ਉਹ ਸੰਤ ਬਾਬਾ ਅਤਰ ਸਿੰਘ ਜੀ ਤੋਂ ਛਕਿਆ ਸੀ। ਅੱਜ ਉਹੀ ਫਿਰ ਤੋਂ ਉਹੀ ਮਰਜ਼ਾਦਾ ਸ਼ੁਰੂ ਤੋਂ ਦਾਦੇ ਅੱਗੇ, ਮੇਰੇ ਡੈਡੀ ਵਰਗੇ ਅੱਗੇ, ਅਸੀਂ ਗਾਹਾਂ ਦੀ ਗਾਹਾਂ ਅੱਗੇ, ਸਾਡੇ ਬੱਚੇ। ਮੈਂ ਕਹਿਣ ਤੋਂ ਮੁਰਾਦ ਵੀ ਐਡੀ ਕਿਰਪਾ ਹੈ। ਮੈਂ ਹੋਰ ਬਹੁਤ ਸਾਰੇ ਪਰਿਵਾਰ ਵੇਖੇ ਕਿ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਇਹ ਗੱਲ ਕਹੀ ਵੀ ਸਾਡੇ ਜਿਹੜੇ ਪੁਰਖੇ ਸੀਗੇ ਉਹਨਾਂ ਨੇ ਅੰਮ੍ਰਿਤ ਜਿਹੜਾ ਸੀ ਸੰਤ ਬਾਬਾ ਅਤਰ ਸਿੰਘ ਜੀ ਤੋਂ ਛਕਿਆ। ਉਹਨਾਂ ਦੇ ਪਰਿਵਾਰ ਦੇ ਵਿੱਚ ਸਿੱਖੀ ਦਾ ਬੂਟਾ, ਐਸਾ ਬੂਟਾ ਲੱਗਿਆ ਅੱਜ ਤੱਕ ਵੀ ਚੱਲਦਾ ਪਿਆ। ਤੇ ਮੇਰੇ ਖਿਆਲ ਦੇ ਸੰਤ ਬਾਬਾ ਅਤਰ ਸਿੰਘ ਜੀ ਜੇ ਅੱਜ ਵਾਲਿਆਂ ਵਾਂਗੂ ਕਹਿੰਦੇ ਨੇ ਭਾਈ ਸਿਮਰਨ ਕਰਨ ਦੀ ਲੋੜ ਨਹੀਂ, ਨਿਤਨੇਮ ਕਰਨ ਦੀ ਲੋੜ ਨਹੀਂ, ਤਾਂ ਸ਼ਾਇਦ ਅੱਜ ਉਹ ਬੂਟਾ ਹਰਾ ਨਾ ਰਹਿੰਦਾ। ਪਰ ਮਾਫ ਕਰੋ, ਜਿਹੜੇ ਸਿੱਖੀ ਦੇ ਬੂਟੇ ਲਾਏ ਸੀ ਨਾ ਇਹਨਾਂ ਮਹਾਂਪੁਰਸ਼ਾਂ ਨੇ, ਅੱਜ ਕੱਲ੍ਹ ਦੇ ਪ੍ਰਚਾਰਕਾਂ ਨੇ ਬੂਟਿਆਂ ਦੇ ਜੜ੍ਹਾਂ 'ਚ ਤੇਲ ਪਾਉਣਾ ਸ਼ੁਰੂ ਕੀਤਾ ਹੋਇਆ, ਉਹਨਾਂ ਨੂੰ ਖਤਮ ਕਰਨ ਦੇ ਲੱਗੇ ਹੋਏ। ਸਰਿਆਂ ਮੈਂ ਕਹਿ ਦਿਆ, ਇਹ ਪਤਾ ਨਹੀਂ ਚਾਹੁੰਦੇ ਕੀ ਨੇ, ਇਹਨਾਂ ਨੇ ਆਪਣੇ ਪੰਜ ਕੀਤਾ ਹੋਇਆ। ਹਾਂ ਠੀਕ ਹੈ, ਅੱਜ ਐਜੂਕੇਸ਼ਨ ਪੱਖ ਸਾਡਾ ਉੱਪਰ ਉੱਠ ਖੜਿਆ। ਮੈਂ ਫਿਰ ਕਹਿੰਦਾ, ਸਾਹਿਬ ਮੇਰਾ ਨਿਤ ਨਵਾਂ ਸਦਾ ਸਦਾ ਦਾਤਾਰ। ਪਹਿਲਾਂ ਅਰਥ ਹੋਰ ਸੀਗੇ,
ਉਹ ਉਸ ਸਮੇਂ ਅਰਥ ਕੀਤੇ ਗਏ ਉਹ ਸਹੀ ਸੀਗੇ, ਜਿਹੜੇ ਅੱਜ ਆਪਾਂ ਕਰਦੇ ਪਏ ਆ ਇਹ ਅੱਜ ਦੇ ਸਮੇਂ ਸਹੀ ਨੇ, ਜਿਹੜੇ ਆਪਾਂ ਤੋਂ ਬਾਅਦ ਹੋਰ ਗੁਰਸਿੱਖਾਂ ਨੇ ਕਰਨੇ ਆ ਉਹ ਹੋਰ ਹੋਣਗੇ, ਕਿਉਂਕਿ ਸਮਾਂ ਚੇਂਜ ਹੋਣ ਦੇ ਹਿਸਾਬ ਨਾਲ ਅਰਥ ਵੀ ਚੇਂਜ ਹੋ ਜਾਂਦੇ ਆ। ਹਰ ਇੱਕ ਚੀਜ਼ ਨੂੰ ਕਸਵੱਟੀ ਨਾਲ ਅਸੀਂ ਵੇਖਣਾ ਹੈ। ਪਹਿਲਾਂ ਉਹ ਚੀਜ਼ਾਂ ਸਾਨੂੰ ਸਮਝਾਈਆਂ ਗਈਆਂ ਵੀ ਧਰਮਰਾਜ ਹੁੰਦਾ ਜੀ, ਇੱਦਾਂ ਬੰਦਾ ਡਰਦਾ ਸੀਗਾ ਵੀ ਜੇ ਨਰਕਾਂ 'ਚ ਵਗ ਜਾਵਾਂਗੇ ਆਪਾਂ ਅਮਰ ਛਕ ਲਈਏ, ਹਨਾ। ਹੁਣ ਬੰਦਾ ਕਹਿੰਦਾ ਵੀ ਕਿਹੜਾ ਨਰਕ ਕਿਹੜਾ ਸੁਰਗ, ਹੁਣ ਹੈ ਨਹੀਂ। ਹੁਣ ਆਪਾਂ ਉਸ ਢੰਗ ਦੇ ਨਾਲ ਸਮਝਾਂਗੇ ਵੀ ਇਹਨੂੰ ਕੀ ਹੈ। ਪਹਿਲਾਂ ਅਰਥ ਕੀ ਸੀਗੇ, ਭਗਤ ਕਬੀਰ ਜੀ ਦੇ ਕੋਈ ਸ਼ਬਦ ਮੈਂ ਸਾਂਝਾ ਕਰਦੇ ਹਾਂ। ਪਹਿਲਾਂ ਅਰਥ ਕੀਤੇ ਜਾਂਦੇ ਸੀ ਵੀ ਜਿਹੜੇ ਪਸ਼ੂ ਨੇ ਜੀ, ਪਸ਼ੂਆਂ ਦੇ ਹੱਡ ਵੀ ਵਿਕਦੇ ਹੈ, ਪਸ਼ੂਆਂ ਦਾ ਚਮ ਵੀ ਵਿਕਦਾ ਹੈ, ਪਸ਼ੂ ਜਿਹੜਾ ਗਾ ਉਹ ਕੰਮ ਆਉਂਦਾ, ਇਨਸਾਨ ਜਿਹੜਾ ਗਾ ਉਹ ਕੰਮ ਨਹੀਂ ਆਉਂਦਾ, ਹਨਾ। ਇਨਸਾਨ ਕੰਮ ਨਹੀਂ ਆਉਂਦਾ। ਕੀ ਕਹਿੰਦੇ ਪਏ ਨੇ, ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਭਗਤ ਕਬੀਰ ਜੀ ਦੀ ਪੰਗਤੀ ਹੈ। ਇਹਦੇ ਅਰਥ ਪਹਿਲਾਂ ਕੀ ਕੀਤੇ ਜਾਂਦੇ ਸੀ, ਮੈਂ ਪ੍ਰਾਤਨ ਅਰਥ ਸੁਣੇ ਸੰਤ ਬਾਬਾ ਈਸਰ ਸਿੰਘ ਜੀ ਤੋਂ, ਉਹਨਾਂ ਨੇ ਅਰਥ ਕੀਤੇ। ਹੁਣ ਮੈਂ ਕਹਾਂ ਵੀ ਬਾਬਾ ਜੀ ਗਲਤ ਸੀ, ਨਹੀਂ। ਉਸ ਸਮੇਂ 'ਚ ਹਾਲਾਤ ਇਹ ਸੀਗੇ, ਉਸ ਸਮੇਂ ਵਿੱਚ ਮਨੁੱਖ ਦਾ ਕੁਝ ਵੀ ਨਹੀਂ ਕੰਮ ਆਉਂਦਾ ਸੀ। ਅੱਜ ਮਨੁੱਖ ਦਾ ਸਾਰਾ ਕੁਝ ਕੰਮ ਆਉਣ ਲੱਗ ਗਿਆ ਜੀ। ਅੱਖਾਂ ਕੱਢ ਲੈਂਦੇ ਐ, ਕੱਢਦੇ ਕਿ ਨਹੀਂ ਕੱਢਦੇ, ਗੁਰਦੇ ਕੱਢ ਲੈਂਦੇ ਐ, ਕੱਢਦੇ ਕਿ ਨਹੀਂ ਕੱਢਦੇ, ਕੰਮ ਆਉਂਦਾ ਕਿ ਨਹੀਂ ਆਉਂਦਾ। ਹੁਣ ਤੁਸੀਂ ਇਸ ਪੰਗਤੀ ਦੇ ਕੀ ਅਰਥ ਕਰੋਗੇ, ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ, ਕਰੋ ਅਰਥ। ਜੇ ਤੁਸੀਂ ਕਹੋਗੇ ਵੀ ਬੰਦਾ ਕਿਸੇ ਕੰਮ ਨਹੀਂ ਆਉਂਦਾ, ਵੀ ਪਸ਼ੂ ਕੰਮ ਆਉਂਦੇ ਸੀ, ਉਹ ਕਹਿਣਗੇ ਭਾਈ ਸਾਹਿਬ ਲੈ ਤੂੰ ਕਹਿ ਕੇ ਮੇਰੇ ਹਾਂ, ਚੱਲ ਫਿਰ ਚੱਲ ਡਾਕਟਰ ਕੋਲੇ, ਕਿਹੜੀ ਚੀਜ਼ ਨਹੀਂ ਕੰਮ ਆਉਂਦੀ ਤੈਨੂੰ, ਅਸੀਂ ਦਿਖਾਉਣੇ ਆ ਵੀ ਕੰਮ ਆਉਂਦਾ। ਅਰਥ ਚੇਂਜ ਕਰਨੇ ਪੈਣਗੇ ਨਾ। ਸਮੇਂ ਦੇ ਮੁਤਾਬਕ ਗੁਰਬਾਣੀ ਦੇ ਅਰਥ ਚੇਂਜ ਹੋ ਜਾਂਦੇ ਆ। ਉਹ ਮਹਾਂਪੁਰਸ਼, ਮੈਂ ਕਹਿੰਦਾ ਉਹਨਾਂ ਦੀ ਜਿਹੜੀ ਘਾਲਣਾ ਸੀ ਨਾ, ਮਹਾਂਪੁਰਸ਼ਾਂ ਦੀ, ਜਿੰਨੇ ਵੀ ਮਹਾਂਪੁਰਸ਼ ਹੋਏ, ਉਹਨਾਂ ਨੇ ਇੰਨੀ ਕੁ ਸਿੱਖੀ ਨੂੰ ਪ੍ਰਫੁੱਲਤ ਕੀਤਾ ਸੀਗਾ, ਇੰਨੀ ਕੁ ਸਿੱਖੀ ਬਣਾਈ। ਅੱਜ ਮਾਲਵੇ ਇਲਾਕੇ 'ਚ ਜੇ ਸਿੱਖੀ ਸਾਮੀ ਹੋਈ ਹੈ, ਜੇ ਚੱਲਦੀ ਪਈ ਹੈ, ਇਹ ਸੰਤ ਬਾਬਾ ਅਤਰ ਸਿੰਘ ਜੀ ਦੀ ਦੇਣ ਹੈ। ਉਸ ਤੋਂ ਬਾਅਦ ਅਸੀਂ ਕੀ ਕੀਤਾ, ਅਸੀਂ ਕਿੰਨੇ ਕੁ ਸਿੱਖ ਸਾਂਭ ਲਏ, ਅਸੀਂ ਤਾਂ ਤੋੜੇ ਹੀ ਨੇ, ਮਾਫ ਕਰਿਓ, ਅਸੀਂ ਜੋੜਿਆ ਕੋਈ ਨਹੀਂ ਹੈ। ਆ ਜਿਹੜੇ ਬਜ਼ੁਰਗ ਜੁੜੇ ਹੋਏ ਨੇ, ਆਹ ਬੈਠੇ ਨੌਜਵਾਨ ਆਉਂਦਾ ਕੋਈ ਕਥਾ ਸੁਣਨਾ, ਉਹ ਵੀ ਸਮਾਂ ਸੀ ਜਦੋਂ ਮੇਰੇ ਨਾਲ ਗੱਲ ਕਰਦੇ ਹੁੰਦੇ, ਬੜੁੱਖੋਂ ਤੋਂ ਆਉਂਦੇ ਨੇ, ਸਾਡੇ ਸਤਿਕਾਰਯੋਗ ਨੇ, ਤੇ ਉਹ ਦੱਸ ਦਿੰਦੇ, ਕਹਿੰਦੇ ਆ ਇੱਥੇ ਸਾਰੇ ਸਟੂਡੈਂਟ ਬੈਠ ਕੇ ਪਾਠ ਕਰਦੇ ਹੁੰਦੇ ਸੀਗੇ, ਕਲਾਸਾਂ ਲੱਗਦੀਆਂ ਸੀਗੀਆਂ। ਅੱਜ ਸਮਾਂ ਹੈ, ਮਾਫ ਕਰਿਓ ਗੁਰੂ ਸਵਾਰਿਓ, ਅੱਜ ਤੋੜਿਆ ਬਹੁਤਾ ਜਾ ਰਿਹਾ ਤੇ ਜੋੜਨ ਦੀਆਂ ਗੱਲਾਂ ਘੱਟ ਹੁੰਦੀਆਂ ਨੇ। ਬਸ ਗੁਰੂ ਕਿਰਪਾ ਕਰੇ, ਸਾਡੇ ਦੇ ਉੱਪਰ ਮਿਹਰ ਕਰੇ ਕਿ ਅਸੀਂ ਗੁਰੂ ਦੇ ਨਾਲ ਜੋੜਨਾ, ਕਿਸੇ ਨੂੰ ਗਲਤ ਠਹਿਰਾਉਣਾ ਨਹੀਂ ਹੈ। ਉਹ ਆਪਣੀ ਜਗ੍ਹਾ ਤੇ ਠੀਕ ਸੀਗੇ, ਆਪਾਂ ਆਪਣੀ ਜਗ੍ਹਾ ਤੇ ਠੀਕ ਹੈ। ਜੋ ਅੱਜ ਆਪਾਂ ਗੱਲ ਕਰਦੇ ਹਾਂ ਆਪਾਂ ਠੀਕ ਹੈ, ਜਿਹੜੀਆਂ ਪਹਿਲਾਂ ਗੱਲਾਂ ਕੀਤੀਆਂ ਗਈਆਂ ਉਹ ਸਮੇਂ ਠੀਕ ਸੀ। ਮੈਂ ਅਰਥ ਕਰਦੇ ਹਾਂ, ਪਸ਼ੂ ਦੀ ਗੱਲ ਜੇ ਆਪਾਂ ਕਰਦੇ ਪਏ ਹਾਂ, ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਇਹਦੇ ਅਰਥ ਇਹ ਨੇ, ਭਗਤ ਕਬੀਰ ਜੀ ਮਨੁੱਖ ਦੇ ਮਨ ਦੀ ਬਿਰਤੀ ਦੀ ਗੱਲ ਕਰਦੇ ਪਏ ਨੇ। ਦੋ ਤਰ੍ਹਾਂ ਦੀ ਭਾਵਨਾ ਹੈ, ਇੱਕ ਪਸ਼ੂਪਣ ਹੈ ਤੇ ਇੱਕ ਮਨੁੱਖਤਾਪਣ ਹੈ। ਭਗਤ ਕਬੀਰ ਜੀ ਕਹਿੰਦੇ ਜੇ ਤੂੰ ਆਪਣੇ ਅੰਦਰੋਂ ਪਸ਼ੂਪਣ ਨੂੰ ਮਾਰ ਲਵੇਂ, ਬੰਦਾ ਬਣ ਜਾਏਗਾ, ਮਨੁੱਖ ਬਣ ਜਾਏਗਾ। ਫਿਰ ਕਹਿੰਦੇ ਭਾਈ ਕਾਜ ਸਵਾਰ ਦੇਗਾ, 10 ਜਣਿਆਂ ਨੂੰ ਸਵਾਰ ਦੇਗਾ, ਤੇਰੇ ਜੀਵਨ ਤੋਂ ਸਿੱਖਿਆ ਲੈ ਲੈਣੀ ਹੈ ਕਿਸੇ ਨੇ। ਤੇ ਜੇ ਤੂੰ ਆਪਣੇ ਅੰਦਰੋਂ ਮਨੁੱਖਤਾਪਣ ਨੂੰ ਮਾਰ ਲਿਆ, ਪਸ਼ੂਪਣ ਜਾਗ ਪਿਆ, ਫਿਰ ਕਿਸੇ ਕੰਮ ਦਾ ਨਹੀਂ ਮਨੁੱਖ। ਗੱਲ ਮਨੁੱਖ ਦੀ ਹੈ। ਜੇ ਮਨੁੱਖਤਾਪਣ ਮਰ ਗਈ, ਕਿਸੇ ਕੰਮ ਦੀ ਨਹੀਂ। ਜੇ ਤੂੰ ਆਪਣੇ ਅੰਦਰ ਪਸ਼ੂਪਣ ਨੂੰ ਮਾਰ ਲੇਗਾ ਤਾਂ ਬਹੁਤੇ ਕੰਮ ਸਵਰ ਜਾਣੇ ਆ। ਯਾਦ ਰੱਖੀ, ਤੇ ਆਪਣੇ ਅੰਦਰ ਪਸ਼ੂਪਣ ਨੂੰ ਮਾਰਨਾ ਹੈ, ਮਨੁੱਖਤਾਪਣ ਨੂੰ ਜਗਾਉਣਾ। ਅੱਜ ਸਾਡੇ ਅੰਦਰ ਮਨੁੱਖਤਾਪਣ ਮਰ ਚੁੱਕਿਆ, ਸਾਡੇ ਅੰਦਰ ਪਸ਼ੂਪਣ ਜਾਗ ਚੁੱਕਿਆ। ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਪਏ ਨੇ, ਕਹਿਣ ਲੱਗੇ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਉਹ ਭਲਿਆ ਦੇਖਣ ਨੂੰ ਹੀ ਬੰਦਾ ਲੱਗਦਾ ਪਿਆ, ਕਰਤੂਤਾਂ ਤੇਰੀਆਂ ਸਾਰੀਆਂ ਪਸ਼ੂਆਂ ਵਾਲੀਆਂ ਨੇ। ਉਹ ਪਸ਼ੂਆਂ ਵਾਲੀਆਂ ਕਰਤੂਤਾਂ ਨੂੰ ਅਸੀਂ ਅੰਦਰੋਂ ਮਾਰਨਾ, ਇਹਨੂੰ ਕਹਿੰਦੇ ਆ ਪਸ਼ੂ ਮਰੈ, ਅੰਦਰੋਂ ਮਾਰੋ ਬਸ। ਇਹਦੇ ਅਰਥ ਅੱਜ ਆ ਨੇ, ਪਹਿਲਾਂ ਕੁਝ ਹੋਰ ਸੀ, ਅੱਜ ਕੁਝ ਹੋਰ ਨੇ। ਕਹਿਣ ਤੋਂ ਮੁਰਾਦ ਹੈ ਕਿ ਗੁਰੂ ਸਾਹਿਬ ਜੀ ਬੜੇ ਪਿਆਰ ਸਾਨੂੰ ਸਮਝਾ ਰਹੇ ਨੇ। ਕਹਿਣ ਲੱਗੇ ਭਾਈ ਧਰਮ ਰਾਜ ਤਿਸ ਕਰੇ ਖਵਾਰੀ। ਧਰਮ ਰਾਜ ਦੇ ਵਿੱਚ ਉਹ ਜਿਹੜਾ ਉਹ ਖਵਾਰੀ ਚੱਲਣੀ ਪੈਂਦੀ ਹੈ। ਗੁਰ ਪ੍ਰਸਾਦ ਜਾਗਾ ਮਿਟੈ ਅਭਿਮਾਨ। ਮੇਰੇ ਮਾਲਕ ਜੀ ਕਹਿੰਦੇ ਗੁਰ ਪ੍ਰਸਾਦ ਦਾ ਅਰਥ ਹੁੰਦਾ ਗੁਰੂ ਦੀ ਕਿਰਪਾ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਅਭਿਮਾਨ ਖਤਮ ਹੋ ਜਾਂਦਾ ਹੈ। ਗੁਰ ਪ੍ਰਸਾਦ ਜਾਂ ਕਾ, ਉਸ ਮਨੁੱਖ ਦਾ ਮਿਟੇ ਅਭਿਮਾਨ। ਕਹਿੰਦੇ ਭਾਈ ਫਿਰ ਉਸ ਮਨੁੱਖ ਦਾ ਜੀਵ ਦਾ ਅਭਿਮਾਨ ਖਤਮ ਹੋ ਜਾਂਦਾ। ਕਿਹਦਾ? ਜਿਤੇ ਗੁਰੂ ਦੀ ਕਿਰਪਾ ਹੋ ਜਾਵੇ। ਸੋ ਜਨ ਨਾਨਕ ਦਰਗਹ ਪਰਵਾਨ। ਸੋ
ਉਹਦਾ ਅਰਥ ਹੁੰਦਾ, ਉਹ ਜਨ ਦਾ ਅਰਥ ਹੁੰਦਾ ਸੇਵਕ। ਭਾਈ ਕਹਿੰਦੇ ਉਹ ਸੇਵਕ ਨਾਨਕ ਨਿਰਗੈ ਪ੍ਰਵਾਨ, ਉਹਦੀ ਦਰਗਾਹ ਦੇ ਵਿੱਚ ਉਹ ਪ੍ਰਵਾਨ ਹੋ ਜਾਂਦਾ ਹੈ, ਉਹਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ। ਗੁਰੂ ਕਿਰਪਾ ਕਰਨ ਕਿ ਸਮੁੱਚੀ ਵਿਚਾਰ ਸਾਡੇ ਹਿਰਦਿਆਂ 'ਚ ਵਸ ਜਾਵੇ। ਸਾਡੇ ਲੋਕ ਸੁਖੀ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਹੋ ਸਕਣ ਜੀ। ਵਿਚਾਰ ਕਰਦਿਆਂ ਤੋਂ ਹੋਈਆਂ ਭੁੱਲਾਂ ਦੀ ਖਿਮਾ ਆਪ ਸਰਬਸੰਗਤ ਬਖਸ਼ਣ ਜੋਗ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਬਖਸ਼ਣ ਹਾਰ ਹਨ। ਬਖਸ਼ ਜੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।